वाहिगुरू जी का खालसा वाहिगुरू जी की फतेह। गुरु रूप गुरु खालसा साध संगत जी, आप हुणे ही कुशल सिंघां दे पासों सत्ते बलवंडे का प्रसंग सुनिया। इसका कारण की है? बाबा फरीद ने एक श्लोक लिखा बाणी च, कहंदा फरीदा जां लभ तां न्यों क्या, लभ तां कूड़े न्यों, किचर झत लंघाइए छप्पड़ टुटे म्यों। जे प्यार है तो लभ नहीं, जे लभ है तो प्यार नहीं। जिन्हों आम बोली च आपां कहने आ, जे प्यार है तो व्यापार नहीं, जे व्यापार है तो प्यार नहीं। आपां कोई भी काम करते हैं, मैं तकरीबन मंजी साहब तो बेनती करता रहना है, असीं प्यार घट करते व्यापार ज़्यादा करते हैं। प्यार घट व्यापार ज़्यादा। गुरु पातशाह कृपा करी, मेरे बच्चे का इम्तिहान है, जे पास हो गया तो 100 रुपये की दे करावांगे, पर करावांगे कदों? बच्चा पास हो गया, जे नहीं होया तो चवानी की देग नहीं। बच्चा तेरा नलायक पढ़े ना, पेपर गुरु देवे, एक किहो जी सिक्खी है। मैं बेनती की है, प्यार देना जानता है, लैना नहीं जानता। जे आपां लैण तक सीमत हाँ तो आपां व्यापारी हाँ, प्यार वाले नहीं। मेरी ड्यूटी गुरबाणी की व्याख्या करन दी, मेरे कर्म चंगे मैनूं चाचे ने पढ़ाया। सुखमनी साहब दीयां पंक्तियां ने, सेवा करत होए नेकामी, तिसको होत प्राप्त स्वामी। जिन्हां ने कामना तो रहत होकर सेवा की, उन्होंने मालक नूं प्राप्त कर लिया। आपां केवल ते केवल पदार्थां तो रह गए, आपां नूं परमात्मा नाम मिलिया। मैनूं आम लोगों दे गनी तुसीं कथा बड़ी कौड़ी करदे हो, तुहानूं लोड़ां नहीं। मैं कहना जद तक जिउणे लोड़ां ने, पर पुत्रो जिस भराओ जिस पुत लई आपां डब्बे भर भर के ले जाने ने, उस पुत ने सानूं लकड़ां ते रख के अग लाउणी है। ਜਿਹੜੇ ਬੱਚਿਆਂ ਲਈ ਆਪਾਂ ਇਹਨੇ ਪਾਪੜ ਵੇਲਦੇ ਆ ਨਾ, ਬਾਣੀ ਕਹਿੰਦੀ ਘਰ ਕੀ ਨਾਰ ਬਹੁਤ ਹਿਤ ਜਾਂ ਸਿਉ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀ ਇਹ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਗਿਆਨੀ ਸਾਹਿਬ ਨੇ ਆਨੰਦ ਕਾਰਜ ਕੀਤੇ, ਬਾਪ ਨੇ ਧੀ ਦਾ ਪੱਲਾ ਪਕੜਾਇਆ, ਰਾਗੀ ਸਿੰਘਾਂ ਨੇ ਗੁਰਬਾਣੀ ਦਾ ਸ਼ਬਦ ਪੜ੍ਹਿਆ ਸੀ, ਸਭੇ ਸਾਗ ਕੁੜਾਵੇ ਡਿੱਠੇ ਤੋਂ ਪੱਲੇ ਤੈਂੜੇ ਲਾਗੀ। ਭਰਾਵਾਂ ਦੇ ਹੁੰਦਿਆਂ, ਬਾਪ ਦੇ ਚਾਚੇ ਦੇ ਤਾਇਆਂ ਦੇ ਹੁੰਦਿਆਂ, ਆਪਣੇ ਪਤੀ ਦੀ ਕੰਨੀ ਫੜ ਕੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ 4 ਪ੍ਰਕਰਮਾਂ ਕੀਤੀਆਂ। ਸਮਾਂ ਆਇਆ, ਬੱਚੇ ਤੇ ਬੱਚੀਆਂ ਹੋਏ, ਪਤੀ ਤੁਰ ਗਿਆ। 12 ਸਾਲ ਹੋ ਗਏ ਨੇ ਪਤੀ ਮਰੇ ਨੂੰ, ਤੇ ਜਿਹਦੇ ਨਾਲ 40 ਸਾਲ ਕੱਟੇ ਕਦੇ ਸੁਪਨੇ 'ਚ ਆ ਹੀ ਜਾਂਦਾ ਨਾ। 12 ਸਾਲ ਹੋ ਗਏ ਘਰ ਵਾਲੇ ਮਰੇ ਨੂੰ, ਤੇ ਸੁਪਨੇ 'ਚ ਪਤੀ ਆਇਆ ਤੇ ਕਹਿੰਦੀ ਪਿੰਦਰਾ ਬਾਬੇ ਮਰ ਜਾਣ ਉਤਰੇ। ਕਹਿੰਦਾ ਬੇਬੇ ਕਿਉਂ? ਕਹਿੰਦੀ ਰਾਤ ਤੇਰਾ ਪਿਓ ਬੁਖਾਰੀ ਦੇ ਗਿਆ ਈ, 13 ਸਾਲ ਮਰੇ ਨੂੰ ਹੋ ਗਏ, ਉਹਨੂੰ ਸੁਪਨੇ ਵਿੱਚ ਹੀ ਵੇਖਣ ਨੂੰ ਰਾਜੀ ਨਹੀਂ। ਇਹ ਸਾਡੀ ਸੰਸਾਰ ਦੀ ਸਾਂਝ ਹੈ, ਇਹ ਸਾਡੀ ਸੰਸਾਰ ਦੀ ਸਾਂਝ ਹੈ। 13 ਸਾਲਾਂ ਤੋਂ ਬਾਅਦ ਪਤੀ ਨੂੰ ਵੇਖ ਕੇ ਰਾਜੀ ਨਹੀਂ। ਉਹ ਬਾਪ ਪੁੱਤ ਜਿਹੜਾ ਅਰਦਾਸਾਂ ਕਰਕੇ ਗੁਰੂ ਕੋਲੋਂ ਲਿਆ ਸੀ, ਅਰਦਾਸਾਂ ਕਰਕੇ ਬਾਪ ਦੀ ਮੌਤ ਹੋਈ, ਭਾਈਚਾਰੇ ਨੇ ਮੋਢਾ ਦਿੱਤਾ, ਤੇ ਚਾਚੇ ਤਾਏ ਕਹਿੰਦੇ ਨੇ ਪਿੰਦਰਾ ਹੌਸਲਾ ਕਰ, ਆਪਣੇ ਬਾਪ ਨੂੰ ਲਾਂਬੂ ਲਾ। ਜਿਹੜੇ ਬਾਪੂ ਨੇ ਵਸੀਅਤ ਕੀਤੀ ਸੀ ਨਾ, ਮੇਰੇ ਮਰਨ ਤੋਂ ਬਾਅਦ ਮੇਰਾ ਪੁੱਤ 45 ਕਿੱਲਿਆਂ ਦਾ ਮਾਲਕ ਹੈ, ਉਹਨੇ 45 ਦੀ ਵਸੀਅਤ ਕੀਤੀ ਕਿੱਲਿਆਂ ਦੀ। ਇਹ ਅੱਜ
ਲਾਂਬੂ ਲਾ ਕੇ ਚੌਂ ਪਾਸੀਂ ਗੇੜਾ ਕੱਢਦਾ ਵੀ ਕਿਤੇ ਮੇਰਾ ਬਾਪੂ ਉੱਠ ਕੇ ਤੇ ਜਿਹੜੀ ਵਸੀਅਤ ਕਰ ਗਿਆ ਪੜਾ ਨਾ ਦੇ। ਇਹ ਜੇ ਸਾਡੀ ਸਾਂਝ ਨਾਲ ਕੀ ਜਾਏਗਾ। ਨਾਨਕ ਅੱਗੇ ਸੋ ਮਿਲੇ ਜੇ ਖੱਟੇ ਕਾਲੇ ਦੇ। ਜਿਹੜਾ ਕਰਮ ਕਰਾਂਗੇ ਨਾ ਚੰਗਾ ਜਾਂ ਮਾੜਾ ਉਹ ਨਾਲ ਜਾਏਗਾ। ਮੈਂ ਆਮ ਕਰ ਕਥਾ ਵਿੱਚ ਜ਼ਿਕਰ ਕਰਦਾ ਹੁੰਦਾ ਵੀ ਮੈਂ ਆਪਣੀ ਮਾਂ ਦਾ ਤੇ ਆਪਣੇ ਚਾਚੇ ਦਾ ਬੜਾ ਧੰਨਵਾਦੀ ਹਾਂ। ਜਦੋਂ ਮੈਨੂੰ ਮੂੰਹ ਧੋਣ ਦੀ ਇਜਾਜ਼ਤ ਨਹੀਂ ਸੀ, ਮੇਰੀ ਮਾਂ ਨੇ ਮੈਨੂੰ ਉਦੋਂ ਬਾਣੀ ਦੀ ਸੰਥਿਆ ਕਰਾਈ। ਮੈਨੂੰ ਮੂੰਹ ਧੋਣ ਦੀ ਇਜਾਜ਼ਤ ਨਹੀਂ ਸੀ। ਮੈਂ ਜਨਮ ਸਾਖੀ ਬੜੀ ਵੇਰਾਂ ਪੜ੍ਹੀ ਹੈ। ਹੋ ਸਕਦਾ ਜਨਮ ਸਾਖੀ ਕਰਕੇ ਮੈਂ ਕਥਾਵਾਚਕ ਬਣਿਆ ਵਾਂ। ਮੈਂ ਗੱਲ ਕਰਨ ਲੱਗਾ ਹੈ, ਅਬ ਕਲੂ ਆਇਓ ਰੇ ਇੱਕ ਨਾਮ ਬੋਵੋ ਬੋਵੋ, ਆਨ ਰੂਤ ਨਾਹੀਂ ਮਤ ਭਰਮ ਭੂਲੋ ਭੂਲੋ। ਇਹ ਕਲਯੁਗ ਦਾ ਸਮਾਂ ਜੇ ਗੁਰਮੁਖੋ ਨਾਮ ਬੀਜੋ ਤੇ ਨਾਮ ਅੱਗੇ ਜਾਵੇਗਾ, ਬਾਕੀ ਦੇ ਪਦਾਰਥ ਨਹੀਂ ਜੇ ਜਾਣੇ। ਗੁਰੂ ਕੀ ਬਾਣੀ ਕਹਿੰਦੀ ਦੱਦਾ ਦੋਸ ਨਾ ਦਿਓ ਕਿਸੇ, ਦੋਸ ਕਰਮਾਂ ਆਪਣਿਆਂ ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਕਿਸੇ ਨੂੰ ਦੋਸ਼ ਨਾ ਦੇ, ਜੋ ਕੀਤਾ ਉਹ ਮਿਲੇਗਾ। ਭਾਈ ਪਾਲੇ ਵਾਲੀ ਜਨਮ ਸਾਖੀ ਵਿੱਚ ਮੈਂ ਪੜ੍ਹਿਆ, ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਭੁੱਖ ਲੱਗੀ ਹੈ, ਰੋਟੀ ਦਾ ਆਹਰ ਕਰੀਏ। ਕੁਦਰਤੀ ਤੌਰ 'ਤੇ ਕਬਰਾਂ ਲਾਗੇ ਸਨ। ਸਤਿਗੁਰੂ ਪਾਤਸ਼ਾਹ ਕਹਿੰਦੇ ਮਰਦਾਨਿਆਂ ਕਬਰਾਂ ਵਿੱਚ ਜਾ, ਸਤ ਕਰਤਾਰ ਕਹੇ ਤੈਨੂੰ ਰੋਟੀ ਮਿਲ ਜਾਏਗੀ। ਇਹ ਜਨਮ ਸਾਖੀ ਤੁਸੀਂ ਸਾਖੀ ਪੜ੍ਹ ਸਕਦੇ ਹੋ। ਮਰਦਾਨਾ ਗੁਰੂ ਪਾਤਸ਼ਾਹ ਦੀ ਕਿਰਪਾ ਦਾ ਪਾਤਰ ਸੀ। ਗੁਰੂ ਕਾ ਹੁਕਮ ਮੰਨ ਕੇ ਤੁਰ ਪਿਆ ਤੇ ਉਹਨੇ ਜਾ ਕੇ ਆਖਿਆ ਸਤ ਕਰਤਾਰ। ਮੈਂ ਕੱਲ ਮੰਜੀ ਸਾਹਿਬ ਇਸ ਗੱਲ ਤੇ ਪੂਰਾ ਜ਼ੋਰ ਲਾਇਆ ਹੈ ਕਿ ਆਪਾਂ ਸਤ ਕਰਤਾਰ ਦੀ ਬਜਾਏ ਬੰਦਿਆਂ ਦੀ ਜੈ ਜੈਕਾਰ ਕਰਦੇ ਹਾਂ। ਮੇਰੀ ਕਥਾ ਵਿੱਚੋਂ ਤੁਹਾਨੂੰ ਕੋਈ ਗੱਲਾਂ ਪੱਲੇ ਪੈਣ ਜਾਂ ਨਾ ਪੈਣ, ਕੋਈ ਗੱਲ ਚੰਗੀ ਲੱਗੇ ਜਾਂ ਨਾ ਲੱਗੇ, ਪਰ ਮੈਂ ਤੁਹਾਡੇ ਚਰਨਾਂ ਸਿਰ ਆ ਕੇ ਇੱਕ ਬੇਨਤੀ ਕਰਦਾ, ਮੇਰੀ ਇੱਕ ਗੱਲ ਮੰਨਿਆ ਜੇ। ਦੁਨੀਆ ਨਾਲ ਸਲਾਹੇ ਜੋ ਮਰ ਵੰਜ ਸੀ, ਲੋਕਾਂ ਨਾਲ ਸਲਾਹੇ ਜੋ ਮਰ ਖਾਕ ਥੀ। ਵਾਓ ਮੇਰਾ ਸਾਹਿਬਾ ਵਾਓ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਛੱਡ ਕੇ ਬੰਦਿਆਂ ਨੂੰ ਸਾਹਿਬ ਨਾ ਬਣਾਇਆ ਕਰੋ। ਬੰਦਿਆਂ ਦੇ ਚਕਾਰੇ ਨਾ ਛੱਡਿਆ ਕਰੋ। ਬੰਦਾ ਅੱਜ ਵੀ ਹੈ ਨਹੀਂ ਤੇ ਬੰਦਾ ਕੱਲ੍ਹ ਵੀ ਹੈ ਨਹੀਂ। ਰਾਣਾ ਰਾਓ ਨਾ ਕੋਰਾ ਹੈ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ ਧੀਰ। ਸਿਕੰਦਰ ਬਾਦਸ਼ਾਹ ਇੱਕ ਯੂਨਾਨ ਦਾ ਬਾਦਸ਼ਾਹ ਹੋਇਆ ਜਿਹਨੇ ਦੁਨੀਆ ਨੂੰ ਜਿੱਤਣ ਦਾ ਦਾਅਵਾ ਕੀਤਾ। ਕਹਿੰਦੇ ਨੇ 33 ਸਾਲ ਦੀ ਉਮਰ 'ਚ ਉਹਦੀ ਮੌਤ ਹੋਈ। ਜਿਹਦਾ ਗੱਭਰੂ ਪੁੱਤ ਮਰ ਜੇ ਉਹ ਮਾਂ ਨੂੰ ਚੈਨ ਕਿੱਥੇ। ਕਬਰਾਂ ਵਿੱਚ ਸਿਕੰਦਰ ਨੂੰ ਦੱਬਿਆ, ਮਾਂ ਭੁੱਬਾਂ ਮਾਰ ਕੇ ਰੋਂਦੀ ਹੈ, ਵੇ ਸਿਕੰਦਰਾ। ਸਾਡੇ ਵਡੇਰਿਆਂ ਨੇ ਗ੍ਰੰਥਾਂ 'ਚ ਲਿਖਿਆ, ਕਬਰਾਂ 'ਚੋਂ ਆਵਾਜ਼ ਆਈ, ਮਾਂ ਕਿਹੜੇ ਸਿਕੰਦਰ ਦੀ ਗੱਲ ਕਰਦੀ, ਇੱਥੇ ਕਈ ਸਿਕੰਦਰ ਸੌਂ ਗਏ। ਮਾਂ ਕਿਹੜੇ ਸਿਕੰਦਰ ਦੀ ਗੱਲ ਕਰਦੀ ਐ, ਇੱਥੇ ਕਈ ਸਿਕੰਦਰ ਸੌਂ ਗਏ। ਆ 84 ਦਾ ਅਟੈਕ ਹੋਇਆ ਨਾ, ਮੇਰਾ ਉਹਦੇ ਨਾਲ ਸੰਬੰਧ ਹੈ। ਮੈਂ ਟਕਸਾਲ ਦਾ ਵਿਦਿਆਰਥੀ ਹਾਂ। ਭਾਈ ਅਮਰੀਕ ਸਿੰਘ ਮੇਰਾ ਭਰਾ ਸੀ। ਜਦੋਂ ਕਦੇ ਮੰਜੇ 'ਤੇ ਪਈਦਾ ਤੇ ਗੁਰਮੁਖੋਂ ਗਿਣਤੀ ਕਰੀਦੀ ਤੇ ਨਾਲ ਇੰਨੇ ਤੁਰ ਗਏ, ਅੱਜ ਗਿਣੇ ਨਹੀਂ ਜਾਂਦੇ। ਜਿਨ੍ਹਾਂ ਦੇ ਨਾਲ ਵਿਦਿਆ ਪੜ੍ਹਦੇ ਨੇ ਨਾ ਟਕਸਾਲ ਦੇ ਵਿੱਚ, ਨਾਮ ਤੇ ਬਾਣੀ ਦੇ ਰਸੀਏ, ਜਦੋਂ ਉਹਨਾਂ ਨੂੰ ਚੇਤੇ ਕਰੀਦਾ ਸਾਡੀ ਗਿਣਤੀ ਫੇਲ ਹੋ ਜਾਂਦੀ, ਪਰ ਉਹਨਾਂ ਜਾਣ ਵਾਲਿਆਂ ਦੀ ਗਿਣਤੀ ਨਹੀਂ। ਕਹਿਣ ਤੋਂ ਭਾਵ ਕੇਵਲ ਤੇ ਕੇਵਲ ਗੁਰੂ ਦੀ ਵਡਿਆਈ ਕਰੋ, ਬੰਦਿਆਂ ਦੀ ਵਡਿਆਈ ਨਾ ਕਰੋ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ। ਗੁਰੂ ਤੋਂ ਬਿਨਾ ਕਿਸੇ ਰਹਿਣਾ ਹੀ ਨਹੀਂ। ਵੀਰਾਂ ਨੇ ਸੱਤੇ ਤੇ ਬਲਵੰਡੇ ਦੀ ਗੱਲ ਕੀਤੀ। ਆਪਾਂ ਭਾਈ ਮਰਦਾਨੇ ਬਾਰੇ ਵੀ ਪੜ੍ਹਦੇ ਹਾਂ, ਸੱਤੇ ਬਲਵੰਡੇ ਬਾਰੇ ਵੀ ਪੜ੍ਹਦੇ ਹਾਂ। ਹੈਨ ਦੋਵੇਂ ਮਰਾਸੀ, ਲੇਕਿਨ ਮਰਦਾਨੇ ਨੂੰ ਆਖਿਆ ਮਰਦਾਨਾ ਪਹਿਲਾ। ਬਾਣੀ ਪੜ੍ਹੋ, ਇੱਥੇ ਕਈ ਵਾਰ ਵਿਦਵਾਨਾਂ ਦੇ ਵੱਖ-ਵੱਖ ਵਿਚਾਰ ਨੇ। ਕਈ ਕਹਿੰਦੇ ਵੀ ਭਾਈ ਮਰਦਾਨੇ ਦਾ ਸ਼ਬਦ ਹੈ, ਤੇ ਕਈ ਕਹਿੰਦੇ ਜੇ ਮਰਦਾਨੇ ਦਾ ਸ਼ਬਦ ਥੱਲੇ ਨਾਨਕ ਪਦ ਕਿਉਂ ਆਇਆ, ਕਿਉਂਕਿ ਥੱਲੇ ਨਾਨਕ ਪਦ ਹੈ।
मैं ਇਹਦਾ ਅੰਦਾਜ਼ਾ ਮੇਰਾ ਹੋ ਸਕਦਾ ਕਿ ਮੈਂ ਵੀ ਭੁਲੇਖੇ ਵਿੱਚ ਹੋਵਾਂ, ਪਰ ਮੇਰਾ ਜਾਤੀ ਵਿਸ਼ਵਾਸ ਹੈ। ਗੁਰੂ ਨਾਨਕ ਨੇ ਮਰਦਾਨਾ ਪਹਿਲਾ ਲਿਖ ਕੇ ਆਖਿਆ, ਮਰਦਾਨਿਆ ਤੂੰ ਨੰਬਰ 1 ਹੈ। ਕਿਉਂ? ਮਰਦਾਨੇ ਨੇ 52 ਸਾਲ ਕੀਰਤਨ ਕੀਤਾ ਗੁਰੂ ਕੀ ਹਜ਼ੂਰੀ 'ਚ, ਇੱਕ ਚਵਾਨੀ ਦੀ ਮੰਗ ਨਹੀਂ ਕੀਤੀ। ਅੱਜ ਅਸੀਂ ਕਥਾ ਤੇ ਕੀਰਤਨ ਕਰਨਾ ਉਹਨੇ ਪਹਿਲਾਂ ਭੇਟਾ ਟੋਕ ਕੇ ਆਉਣੇ, ਟੋਕ ਕੇ ਠੇਕਾ ਕਰਕੇ। ਜੇ ਠੇਕਾ ਸੈੱਟ ਹੋ ਗਿਆ, ਗਿਆਨੀ ਜੀ ਛਾਲਾਂ ਮਾਰਦੇ ਟਾਈਮ ਤੋਂ ਪਹਿਲਾਂ ਪਹੁੰਚਣਗੇ, ਤੇ ਜੇ ਠੇਕਾ ਨਾ ਰਲਿਆ ਤੇ ਕਹਿੰਦੇ ਗਿਆਨੀ ਤਬੀਅਤ ਖਰਾਬ ਹੋ ਗਈ। ਤੇ ਮੈਂ ਤਾਂ ਕਹਿੰਦਾ ਵੀ ਗੁਰੂ ਕਿਰਪਾ ਕਰੇ ਤਬੀਅਤ ਨਾ ਖਰਾਬ ਹੋ, ਗਿਆਨੀ ਨੂੰ ਰੱਬ ਚੁੱਕ ਲੈ ਇਹੋ ਜਿਹੇ ਨੂੰ ਜਿਹੜਾ ਕਰਦਾ ਹੀ ਠੇਕਾ ਹੈ। ਕਿਉਂਕਿ ਸਾਨੂੰ ਗੁਰੂ ਨੇ ਆਖਿਆ ਸੇਵਾ ਕਰਤ ਹੋਏ ਨੇ ਕਾਮੀ, ਤਿਸ ਕੋ ਹੋਦ ਪ੍ਰਾਪਤ ਸੁਆਮੀ। ਤੁਸੀਂ ਇੱਕ ਨੁਕਤਾ ਕਰੋਗੇ ਵੀ ਗਿਆਨੀ ਸਰੇਗਾ ਕਿਵੇਂ, ਵੀ ਜੇ ਠੇਕਾ ਨਾ ਕਰੋਗਾ ਸਰੇਗਾ ਕਿਵੇਂ? ਉਹ ਗੁਰਮੁਖੋ, ਤੁਸੀਂ ਸਾਨੂੰ ਕਹਿੰਦੇ ਗੁਰੂ ਅੱਗੇ ਅਰਦਾਸ ਕਰੋ ਸਾਡਾ ਕਾਰਜ ਰਾਸ ਹੋ ਜਾਏ, ਤੁਸੀਂ ਗੁਰੂ ਕੇ ਗ੍ਰੰਥੀ ਹੋ, ਤੇ ਸਾਡੀ ਅਰਦਾਸ ਕਰਨ ਨਾਲ ਜੇ ਤੁਹਾਡੇ ਕਾਰਜ ਰਾਸ ਹੋਣਗੇ, ਗੁਰੂ ਗ੍ਰੰਥੀ ਨੂੰ ਭੁੱਖਿਆ ਨਹੀਂ ਜੇ ਮਰਨ ਦਿੰਦਾ। ਲੋੜ ਮੂੰਹ ਕਰਨ ਦੀ ਹੈ। ਗੁਰੂ ਅਮਰਦਾਸ ਪਾਤਸ਼ਾਹ ਦੇ ਪਾਵਨ ਬਚਨ ਨੇ, ਬ੍ਰਹਮ ਬਿੰਦੇ ਤਿਸ ਦਾ ਬ੍ਰਹਿ ਮਤ ਰਹੇ, ਏਕ ਸ਼ਬਦ ਲਿਵ ਲਾਏ, ਨਵ ਨਿਧੀ 18 ਸਿੱਧੀ, ਪਿੱਛੇ ਲੱਗੀਆਂ ਫਿਰੇ, ਜੋ ਹਰ ਹਿਰਦੇ ਸਦਾ ਵਸਾਏ। ਸੂਰਜ ਵਾਲੇ ਪਾਸੇ ਵੱਲ ਮੂੰਹ ਕਰੋਗੇ, ਪਰਛਾਵਾਂ ਮਗਰ ਮਗਰ ਆਵੇਗਾ। ਮਾਇਆ ਪਰਛਾਵਾਂ ਹੈ। ਬਾਣੀ 'ਚ ਲਿਖਿਆ, ਮਾਈ ਮਾਇਆ ਛਲ, ਤ੍ਰਿਣ ਕੀ ਅਗਨ ਮੇਘ ਕੀ ਛਾਇਆ, ਗੋਬਿੰਦ ਭਜਨ ਬਿਨ ਹੜ ਕਾ ਜਲ। ਜਿਵੇਂ ਹੜ ਦੇ ਜਲ ਘੜੀ ਦੀ ਘੜੀ ਆਇਆ ਤੇ ਤੁਰ ਗਿਆ, ਬੱਦਲ ਦਾ ਪਰਛਾਵਾਂ ਘੜੀ ਦੀ ਘੜੀ ਤੇ ਆਇਆ ਤੇ ਤੁਰ ਗਿਆ। ਇਹ ਮਾਇਆ ਦਾ ਪਰਛਾਵਾਂ ਵੀ ਘੜੀ ਦੀ ਘੜੀ ਹੈ। ਜਿਹੜਾ ਅੱਜ ਪ੍ਰਧਾਨ ਉਹਨੇ ਕੱਲ੍ਹ ਨਹੀਂ ਰਹਿਣਾ, ਜਿਹੜਾ ਕੱਲ੍ਹ ਸੀ ਉਹ ਅੱਜ ਨਹੀਂ। ਲੇਕਿਨ ਰਹੇਗਾ ਕੌਣ? ਥਿਰ ਪਾਰ ਬ੍ਰਹਮ ਪਰਮੇਸ਼ਰੋ, ਨਾਨਕ ਥਿਰ ਹੋਈ ਸੋਸੀ। ਇੱਕ ਪਰਮੇਸ਼ਰ, ਇੱਕ ਪਰਮੇਸ਼ਰ ਦੇ ਪਿਆਰੇ। ਸੱਤਾ ਬਲਵੰਡਾ ਗੁਰੂ ਘਰ ਵਿੱਚ ਕੀਰਤਨ ਕਰਦੇ ਸਨ। ਮਾਣ ਸੁਭਾਵਕ ਹੈ। ਜਿਹੜਾ ਮਾਣ ਹੈ ਨਾ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀਆਂ ਪੰਕਤੀਆਂ ਨੇ, ਆਤ ਸੁੰਦਰ ਕਲੀਨ ਚਤਰ, ਮੁਖ ਗਿਆਨੀ ਧਨਵੰਤ, ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਕੁੱਲ ਉੱਚੀ ਹੈ, ਸੋਹਣਾ ਹੈ, ਸਿਆਣਾ ਚਤਰ ਹੈ, ਪਰ ਰੱਬ ਨਾਲ ਪ੍ਰੀਤੀ ਨਹੀਂ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਨੇ ਇਹਨੂੰ ਮੁਰਦਾ ਸਮਝ। ਮਾਣ ਕੀ? ਹਮ ਬੜ ਕਲੀਨ, ਹਮ ਬੜ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਵੇ ਨਾ ਨਾਸੀ। ਹੰਕਾਰ ਦੀਆਂ ਕਿਸਮਾਂ। ਸਾਡਾ ਖਾਨਦਾਨ ਬੜਾ ਉੱਚਾ। ਜਿਵੇਂ ਮੈਂ ਕਹਿੰਦਾ ਮੈਂ ਸੰਤ ਕਰਤਾਰ ਸਿੰਘ ਦਾ ਭਤੀਜਾ ਹੈ, ਪਰ ਯਾਦ ਰੱਖਿਆ ਜੇ ਇਹਦਾ ਜਵਾਬ ਜੇ ਭਾਈ ਗੁਰਦਾਸ ਦੀਆਂ ਮੁਬਾਰਾਂ 'ਚ ਪੜ੍ਹਿਆ, ਠੀਕ ਹੈ ਬ੍ਰਹਮ ਗਿਆਨੀ ਦਾ ਭਤੀਜਾ ਤੇ ਪੜ੍ਹਿਆ, ਪਰ ਬ੍ਰਹਮ ਗਿਆਨੀ ਦਾ ਨਾਂ ਲਿਆ, ਬ੍ਰਹਮ ਗਿਆਨੀ ਤੂੰ ਨਹੀਂ ਬਣਨਾ। ਬ੍ਰਹਮ ਗਿਆਨੀ, ਬ੍ਰਹਮ ਗਿਆਨੀ। ਇਹਦਾ ਜਵਾਬ ਭਾਈ ਗੁਰਦਾਸ ਜੀ ਦਿੰਦੇ। ਜੇ ਮੈਂ ਇਹ ਬੇਨਤੀ ਤਾਂ ਕਰ ਲੱਗਾ, ਕਈ ਕਹਿੰਦੇ ਜੀ ਫਲਾਣੇ ਸੰਤਾਂ ਦਾ ਮੈਂ ਪੋਤਰਾ, ਕੋਈ ਕਹਿੰਦਾ ਭਤੀਜਾ, ਕੋਈ ਕਹਿੰਦਾ ਭਰਾ। ਸਾਡਾ ਵਡੇਰੇ ਬ੍ਰਹਮ ਗਿਆਨੀ ਸਨ। ਮੇਰਾ ਬਾਪ ਸੀ ਤੇ ਉਹਨੇ ਅੰਮ੍ਰਿਤ ਨਹੀਂ ਛਕਿਆ, ਤੇ ਕਿਸੇ ਨੇ ਆਉਣਾ ਕਹਿਣਾ ਭਾਈ ਸਾਡੇ ਭਰਾ ਨੂੰ ਦੁਨੀਆ ਮਰਨ ਦੀ, ਬੜਾ ਪੁੱਜਾ ਸਾਡਾ ਸੰਤ। ਤੇ ਮੈਂ ਕਿਹਾ ਬਾਪੂ ਤੇਰਾ ਕਸ਼ਹਿਰਾ ਕਿੱਥੇ ਹੈ? ਉਹਨੇ ਕਹਿਣਾ ਭੌਂਕਣਾ। ਮੇਰੇ ਬਾਪ ਨੇ ਮੈਨੂੰ ਕਹਿਣਾ ਵੀ ਤੇਰਾ ਭਰਾ ਬ੍ਰਹਮ ਗਿਆਨੀ ਹੈ ਤੇ ਤੇਰਾ ਕਸ਼ਹਿਰਾ ਕਿੱਥੇ ਹੈ? ਭਰਾ ਆਪਣੀ ਥਾਂ ਤੇ ਹੈ। ਇੱਕ ਭਵੀਖਣ ਹੈ ਤੇ ਇੱਕ ਰਾਵਣ ਹੈ। ਇੱਕ ਪ੍ਰਿਥੀ ਚੰਦ ਤੇ ਗੁਰੂ ਅਰਜਨ ਦੇਵ ਨੇ। ਭਰਾ ਭਾਵੇਂ ਨੇ ਪਰ ਬਰਾਬਰ ਨਹੀਂ। ਮੈਂ ਬੇਨਤੀ ਕਰ ਲੱਗਾ ਸਾਂ, ਭਾਈ ਗੁਰਦਾਸ ਕਹਿੰਦੇ ਨੇ ਅੰਗਣ ਪੋਤ ਗਵਾਂਢਣੀ। ਕਹਿਣ ਦਾ ਭਾਵ ਹੈ ਵੀ ਜੇ ਆਪਾਂ ਕਰਾਂਗੇ ਗੱਲ ਤਾਂ ਹੈ, ਤੇ ਦੂਜੇ ਦੇ ਕਰਤੇ ਆਪਾਂ ਆਕੜਿਆ ਨਾ ਕਰੀਏ ਵੀ ਮੇਰਾ ਫਲਾਨਾ ਹੈ। ਭਾਈ ਗੁਰਦਾਸ ਨੇ ਇੱਕ ਪੌੜੀ 'ਚ ਲਿਖਿਆ, ਕਹਿੰਦੇ ਅੰਗਣ ਪੁੱਤ ਗਵਾਂਢਣੀ ਕੂੜਾਵਾ ਮਾਣਾ। ਬੀਬੀ ਦੇ ਘਰ ਔਲਾਦ ਨਹੀਂ, ਗੁਆਂਢੀਆਂ ਦਾ ਬੱਚਾ ਆਇਆ ਤੇ ਕਿਸੇ ਨੇ ਆਖਿਆ ਵੀ ਭੈਣ ਜੀ ਅਸੀਂ ਸੁਣਿਆ ਸੀ ਤੁਹਾਡੇ ਸੰਤਾਨ ਨਹੀਂ, ਤੇ ਇਹ ਕਾਕਾ ਕਿਹਦਾ? ਕਹਿੰਦੀ ਆਪਣਾ ਹੀ ਹੈ। ਭਾਈ ਗੁਰਦਾਸ ਦੀਆਂ ਵਾਰਾਂ ਜੇ ਅੰਗਣ ਪੁੱਤ ਗਵਾਂਢਣੀ ਕੂੜਾਵਾ ਮਾਣਾ। ਗੁਆਂਢੀਆਂ ਦਾ ਬੱਚਾ ਹੈ ਤੇ ਕਹਿੰਦੀ ਆਪਣਾ ਕਾਕਾ ਹੈ। ਜਦੋਂ ਸ਼ਾਮ ਪਈ ਤੇ ਮਾਂ ਆਪਣੇ ਬੱਚੇ ਨੂੰ ਚੌਕੀ ਲੈ ਗਈ, ਵਿਹੜਾ ਫਿਰ ਖਾਲੀ ਦਾ ਖਾਲੀ। ਬਦਰਾ ਸਿਰ ਵਿਗਾੜੀਏ,
ਇੱਕ ਮਜ਼ਦੂਰ ਗੱਡੀ ਤੇ ਕਿਸੇ ਨੇ ਘਿਓ ਦਾ ਪੀਪਾ ਭਰ ਕੇ ਲਿਆਂਦਾ ਤੇ ਚਵਾਨੀ ਉਹਨੂੰ ਮਿਹਨਤ ਦਿੱਤੀ ਕੁਲੀ ਨੂੰ, ਤੇ ਜੇ ਇਹ ਆਖੇ ਵੀ ਮੈਂ ਇਸ ਪੀਪੇ ਘਿਓ ਦਾ ਮਾਲਕ ਆ ਤੇ ਉਹਨੇ ਨਹੀਂ ਜੇ ਬਣਨਾ। ਪੰਗਤੀ ਹੈ ਬਦਰਾ ਸਿਰ ਵਰਾਣੀਏ, ਉਹਦਾ ਮਾਲਕ ਨਹੀਂ। ਜਿਉਂ ਕਾ ਰਾਖਾ ਖੇਤ ਵਿੱਚ ਨਾਹੀਂ ਕਰਸਾਣਾ। ਇੱਕ ਕਿਸਾਨ ਜ਼ਿਮੀਂਦਾਰ ਨੇ ਕਿਸੇ ਗਰੀਬ ਬੰਦੇ ਨੂੰ ਆਪਣੇ ਖੇਤਾਂ ਦਾ ਰਖਵਾਲਾ ਰੱਖ ਲਿਆ ਵੀ ਗੁਰਮੁਖਾ ਤੈਨੂੰ ਮਹੀਨੇ ਦੇ ਇੰਨੇ ਦਿਆਂਗੇ, ਤੇ ਇਹ ਪੱਠਿਆਂ 'ਚ ਕੋਈ ਡੰਗਰ ਨਾ ਪਵੇ। ਤੇ ਜੇ ਕੋਈ ਆਖੇ ਵੀ ਗੁਰਮੁਖਾ ਪੱਠੇ ਲੈ ਜਾਈਏ ਢੇਰੀ, ਤੇ ਕਹਿੰਦਾ ਗੁਰਮੁਖਾ ਮੈਂ ਤਾਂ ਆਪ ਰਾਖਾ ਹੈ। 10 ਕਿੱਲਿਆਂ ਦੀ ਸਾਂਭ ਸੰਭਾਲ ਕਰਦਾ ਪਰ 10 ਕਿੱਲਿਆਂ ਦਾ ਮਾਲਕ ਨਹੀਂ। ਜਿਵੇਂ ਗੁਆਂਢਣ ਦਾ ਪੁੱਤ ਆਪਣਾ ਬੱਚਾ ਨਹੀਂ ਹੋ ਸਕਦਾ, ਜਿਵੇਂ ਕਿਸੇ ਦਾ ਧਨ ਆਪਣੇ ਸਿਰ ਤੇ ਰੱਖਿਆ ਆਪਣਾ ਨਹੀਂ ਹੋ ਸਕਦਾ, ਇਸੇ ਪ੍ਰਕਾਰ ਅਣਹੋਂਦਾ ਆਪ ਗਣਾਏਦਾ ਉਹ ਵੱਡਾ ਅਣਜਾਣਾ। ਜਿਹੜਾ ਕਿਸੇ ਦੀ ਕਮਾਈ ਨੂੰ ਕਹਿੰਦਾ ਵੀ ਮੈਂ ਹਾਂ, ਇਹ ਭੁਲੇਖਾ ਹੈ। ਬਾਣੀ ਕਹਿੰਦੀ ਐ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜੀਏ ਕਿਸੇ ਕਿਥਾਏ। ਬੇਨਤੀ ਕਰਨ ਲੱਗਾ ਸਾਂ ਵੀ ਜਿਹੋ ਜਿਹਾ ਬੀਜਾਂਗੇ ਵੱਢਾਂਗੇ। ਭਾਈ ਮਰਦਾਨਾ ਜੀ ਨੇ ਸਤਿਗੁਰੂ ਪਾਤਸ਼ਾਹ ਦੇ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਕਬਰਾਂ ਵਿੱਚ ਜਾ ਕੇ ਸਤ ਕਰਤਾਰ ਕਹੀ। ਆਪਣੇ ਮਨ ਵਿੱਚ ਕਈ ਵਾਰ ਖਾਲ ਆ ਜਾਂਦਾ ਵੀ ਕਬਰਾਂ 'ਚ ਘੁੰਦਾ ਹੈ। ਕਈ ਤਾਂ ਵੈਸੇ ਪੀਰ ਬਣਨ ਵਾਸਤੇ ਤੇ ਆਪਣੇ ਆਪ ਹੀ ਕਬਰਾਂ ਬਣਾ ਲੈਂਦੇ ਨੇ। ਘਰਾਂ 'ਚੋਂ ਕੱਢਿਆ, ਗੋਲੀਆਂ ਦਾ ਸ਼ੌਕੀਨ, ਚਿੱਟਾ ਖਾਂਦਾ ਤੇ ਟੀਕੇ ਲਾਉਂਦਾ, ਆਪਣੇ ਕਬਰਾਂ ਪੈੜੀ 'ਚ ਕਬਰ ਬਣਾ ਕੇ ਤੇ ਹਰਿਆ ਕਪੜਾ ਪਾ ਕੇ ਕਹਿੰਦਾ ਪੀਰ ਬਾਬਾ ਸ਼ਿੰਦੇ ਸ਼ਾਹ ਗੱਦੀ ਨਸ਼ੀਨ, ਮੇਲਾ 26,000 ਨੂੰ ਲੱਗੇਗਾ। ਨਾਲ ਹੀ 26,000 ਤਕਰੀਰ ਡੇਟ ਦੇ ਦਿੱਤੀ, ਨਾਲੇ ਗੱਦੀ ਨਸ਼ੀਨ ਬਣ ਗਿਆ। ਉਹਨੂੰ ਪੁੱਛੇ ਵੀ ਤੂੰ ਕਿਹੜੇ ਬਾਬੇ ਬੁੱਲੇ ਸ਼ਾਹ ਦੀ ਖਾਨਦਾਨ ਵਿੱਚੋਂ ਹੈ? ਅਸੀਂ ਸਿੱਖ ਹਾਂ, ਸਾਡੀ ਮੱਥਾ ਟੇਕਣ ਦੀ ਜਗ੍ਹਾ ਕਬਰਾਂ ਨਹੀਂ। ਅਸੀਂ ਮੱਥਾ ਟੇਕਣਾ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਨੂੰ। ਜਿਹੜੀ ਮੈਂ ਗੱਲ ਕਰਨ ਲੱਗਾ ਸਾਂ, ਗੁਰਬਾਣੀ ਨੇ ਮੋਹਰ ਲਾਈਏ ਰੂੰਹਾਂ ਸੇ ਨਿਮਾਣੀਆਂ ਬਹਿਸਾਂ ਰੂੰਹਾਂ ਮੱਲ, ਮਾਫ ਕਰਨਾ, ਗੋਰਾਂ ਸੇ ਨਿਮਾਣੀਆਂ ਬਹਿਸਾਂ ਰੂੰਹਾਂ ਮੱਲ। ਇਸਲਾਮ ਦੇ ਧਰਮ ਦੇ ਮੁਤਾਬਕ ਉਹਨਾਂ ਦਾ ਇੱਕ ਵਿਸ਼ਵਾਸ ਹੈ, ਅਸੀਂ ਕਿਸੇ ਨੂੰ ਖੰਡਨ ਨਹੀਂ ਕਰ ਸਕਦੇ। ਇਸਲਾਮ ਦਾ ਵਿਸ਼ਵਾਸ ਹੈ ਵੀ ਜਿਹੜੀਆਂ ਮੁਸਲਮਾਨ ਭਰਾ ਭੈਣਾਂ ਗੁਜ਼ਰ ਜਾਂਦੇ ਨੇ ਨਾ, ਉਹਨਾਂ ਦੀਆਂ ਜਿਹੜੀਆਂ ਰੂਹਾਂ ਨੇ ਉਹ ਕਬਰਾਂ ਵਿੱਚ ਖੁਦਾ ਦੀ ਅਮਾਨਤ ਨੇ। ਜਦੋਂ ਰੋਜ਼ੇ ਕਿਆਮਤ ਆਵੇਗਾ ਹਸ਼ਰ ਦੇ ਦਿਨ, ਅਸਰਾਫੀਲ ਦੇਵਤਾ ਤੁਰੀ ਵਜਾਏਗਾ ਤੇ ਉਹ ਕਬਰਾਂ ਵਿੱਚੋਂ ਉੱਠਣਗੇ। ਉਹਨਾਂ ਦਾ ਲੇਖਾ ਜੇਖਾ ਹੋਵੇਗਾ। ਇਹ ਲੰਮੀ ਕਥਾ ਆਪਣਾ ਇਹਨਾਂ ਸੰਬੰਧ ਨਹੀਂ। ਭਾਈ ਮਰਦਾਨਾ ਜੀ ਨੇ ਜਾ ਕੇ ਸਤ ਕਰਤਾਰ ਕਿਹਾ। ਕਬਰ ਦੇ ਵਿੱਚੋਂ ਇੱਕ ਮੁਰਦਾ ਉੱਠਿਆ। ਉਹਨੇ ਭਾਈ ਮਰਦਾਨੇ ਨੂੰ ਇੱਕ ਰੋਟੀ ਦਿੱਤੀ ਜਿਹਦਾ ਇੱਕ ਪਾਸਾ ਪੱਕਾ ਤੇ ਇੱਕ ਪਾਸਿਓਂ ਕੱਚਾ ਹੈ। ਜਦੋਂ ਉਹ ਰੋਟੀ ਦੇ ਕੇ ਮੁੜਨ ਲੱਗਾ ਨਾ, ਉਹਨੇ ਇੱਕ ਲਫ਼ਜ਼ ਕਿਹਾ, ਹਾਏ ਦੁਨੀਆ। ਜਦੋਂ ਉਹਨੇ ਹਾਏ ਦੁਨੀਆ ਕਰਕੇ ਕਿਹਾ ਤੇ ਭਾਈ ਮਰਦਾਨੇ ਨੇ ਗੁੱਟ ਤੋਂ ਫੜ ਕੇ ਆਖਿਆ, ਮਿੱਤਰਾ ਬਾਕੀ ਦੀਆਂ ਗੱਲਾਂ ਫੇਰ, ਪਰ ਜਿਹੜਾ ਤੂੰ ਹਾਏ ਦੁਨੀਆ ਆਖਿਆ ਮੇਰੇ ਮਨ ਨੂੰ ਵਿੰਨ ਗਿਆ। ਤੂੰ ਇਹ ਕਿਉਂ ਆਖਿਆ? ਉਹ ਆਦਮੀ ਕਹਿਣ ਲੱਗਾ, ਮਿੱਤਰਾ ਤੂੰ ਕੀ ਲੈਣਾ, ਰੋਟੀ ਨਾਲ ਤੇਰਾ ਮਤਲਬ ਸੀ ਪੂਰਾ ਹੋ ਗਿਆ ਤੇ ਜਾ। ਭਾਈ ਮਰਦਾਨਾ ਜੀ ਕਹਿੰਦੇ, ਗੁਰਮੁਖਾ ਜਿੰਨਾ ਚਿਰ ਦੱਸਿਆ ਨਾ ਮੈਂ ਛੱਡਣਾ ਨਹੀਂ। ਕਹਿਣ ਲੱਗਾ, ਤੂੰ ਮੇਰੀ ਜ਼ਖਮ ਤੇ ਲੂਣ ਛਿੜਕਿਆ, ਚੰਗਾ ਸੁਣ। ਕਹਿੰਦਾ, ਸਾਡੇ ਮਾਂ ਪਿਓ ਨੇ ਕਦੇ ਕਿਸੇ ਨੂੰ ਆਪਣੇ ਹੱਥਾਂ ਨਾਲ ਕੁੱਤੇ ਨੂੰ ਰੋਟੀ ਨਹੀਂ ਸੀ ਪਾਈ। ਜਿਹੜੇ ਘਰ ਵਿੱਚ ਮੈਂ ਜੰਮਿਆ ਨਾ, ਮੇਰੇ ਮਾਂ ਪਿਓ ਨੇ ਕਦੇ ਕਿਸੇ ਨੂੰ ਅੰਨ ਵਾਲੇ ਹੱਥ ਨਾਲ ਰੋਟੀ ਨਹੀਂ ਸੀ ਪਾਈ। ਭਾਣਾ ਰੱਬ ਦਾ ਕਿ ਸਾਡੇ ਬੂਹੇ ਅੱਗੇ ਕੋਈ ਰੱਬ ਦਾ ਪਿਆਰਾ ਫਕੀਰ ਆ ਗਿਆ, ਉਹਨੇ ਆਣ ਕੇ ਲੱਖ ਜਗਾਈ। ਮਾਂ ਮੇਰੀ ਅੰਦਰ ਘਿਓ ਲੈਣ ਗਈ ਠੂਠੀ, ਮੇਰੇ ਅੰਦਰ ਤਰਸ ਆਇਆ, ਮੈਂ ਉਹ ਰੋਟੀ ਇੱਕ ਫਕੀਰ ਨੂੰ ਦੇ ਦਿੱਤੀ। ਇੱਕ ਪਾਸੇ ਤੋਂ ਪੱਕੀ, ਇੱਕ ਪਾਸੇ ਤੋਂ ਕੱਚੀ। ਮੇਰੀ ਮਾਂ ਨੇ ਮੈਨੂੰ ਇੰਨਾ ਥਾਪੜਿਆ, ਇੰਨਾ ਕੁੱਟਿਆ ਵੀ ਮੁੜ ਕੇ ਜ਼ਿੰਦਗੀ ਪਰਜੰਤ ਮੈਂ ਕਦੇ ਨੂੰ ਕਦੇ ਕੋਈ ਦਿੱਤਾ ਨਹੀਂ। ਜਿਹੜੀ ਮੈਂ ਇੱਕ ਪਾਸੇ ਤੋਂ ਪੱਕੀ ਤੇ ਇੱਕ ਪਾਸੇ ਤੋਂ ਕੱਚੀ ਰੋਟੀ ਦਿੱਤੀ ਹੈ ਨਾ, ਮੈਨੂੰ ਅੱਜ ਉਹ ਮਿਲੀ ਹੈ, ਮੈਨੂੰ ਅੱਗੇ ਹੋਰ ਕੁਝ ਨਹੀਂ ਮਿਲਿਆ।
ਇਸ ਕਰਕੇ ਕਹਿਣ ਤੋਂ ਭਾਵ ਆਪਾਂ ਐਸਾ ਕੰਮ ਮੂਲੇ ਨਾ ਕੀਚੇ ਜਿਤ ਅੰਤ ਪਛੋਤਾਈਏ। ਅਸੀਂ ਠੇਕਾ ਨਾ ਕਰੀਏ। ਸਤਾ ਤੇ ਬਲਵੰਡਾ ਗੁਰੂ ਘਰ ਵਿੱਚ ਕੀਰਤਨ ਕਰਦੇ ਸਨ। ਇਹ ਗੁਰਮੁਖੋ ਬੰਦੇ ਦਾ ਮਾਣ ਨਹੀਂ, ਇਹ ਗੁਰੂ ਕੀ ਬਾਣੀ ਦਾ ਮਾਣ ਹੈ। ਆ ਤੁਸੀਂ ਸਟੇਜ ਬਣਾਈ ਹੈ, ਸਾਡੀਆਂ ਬੱਚੀਆਂ ਕੀਰਤਨ ਕਰਨ, ਬੱਚੇ ਕੀਰਤਨ ਕਰਨ, ਬਜ਼ੁਰਗ ਆਉਣ, ਉਹਨਾਂ ਨੇ ਉੱਚੇ ਥਾਂ 'ਤੇ ਬਹਿਣਾ। ਇਹ ਹੱਡੀਆਂ ਨੂੰ ਉੱਚਾ ਨਹੀਂ ਕੀਤਾ ਜਾਂਦਾ, ਬਾਣੀ ਦਾ ਸਤਿਕਾਰ ਹੈ। ਬਾਣੀ ਦਾ ਸਤਿਕਾਰ ਕਿਸੇ ਹੱਡ ਮਾਸ ਦਾ ਨਹੀਂ, ਕਿਉਂਕਿ ਹੱਡ ਮਾਸ ਵੀ ਤਾਕਤ ਹੀ ਕੋਈ ਨਹੀਂ। ਬਾਣੀ ਕਹਿੰਦੀ, ਆਪਾਂ ਕਈ ਵਾਰ ਕਹਿੰਦੇ ਫਲਾਨਾ ਬੜਾ ਸੋਹਣਾ ਹੈ, ਫਲਾਨਾ ਹੱਥ ਨਾਲ ਮੈਲਾ ਹੁੰਦਾ, ਅਤੇ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਬਿਸ਼ਟਾ ਅਸਤ ਰਗਤ ਪਰੇਟੇ ਚਾਮ, ਇਸ ਉੱਪਰਲੇ ਰਾਖੋ ਗੁਮਾਨ। ਕਿਹੜੀ ਗੱਲ ਦਾ ਹੰਕਾਰ ਕਰਦਾ, ਕਿਤੇ ਆਪਣੇ ਵੱਲ ਵੇਖ। ਚਮੜੇ ਦੀ ਪੰਡ ਵਿੱਚ ਹੱਡੀਆਂ, ਗੰਦ ਤੇ ਥੋੜਾ ਜਿਹਾ ਖੂਨ ਪਾ ਕੇ ਰੱਖਿਆ, ਵਿੱਚ ਹੈ ਕੱਖ ਕੀ, ਤੇਰੇ ਵਿੱਚ ਹੈ ਕੀ ਆ? ਗੁਰਬਾਣੀ ਦੀ ਪੰਕਤੀ ਗੁਰੂ ਪੰਚਮ ਪਾਤਸ਼ਾਹ ਦੀ, ਬਿਸ਼ਟਾ ਗੰਦਗੀ, ਆਸਤ ਹੱਡੀਆਂ, ਰਗਤ ਖੂਨ, ਲਪੇਟੇ ਚਾਮ, ਚਮੜੇ ਦੀ ਪੰਡ ਵਿੱਚ ਲਪੇਟੇ ਹੋਏ ਨੇ। ਬੰਦੇ ਕੋਲ ਹੋਰ ਹੈ ਵੀ ਕੀ? ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਜਿਹੜਾ ਗੁਰਮੁਖਾਂ ਦੀ ਸੰਗਤ ਕਰਦਾ ਉਹ ਸੋਹਣਾ, ਅਤੇ ਜਿਹਨੇ ਸੰਗਤ ਨਹੀਂ ਕੀਤੀ, ਗੁਰੂ ਪੰਚਮ ਪਾਤਸ਼ਾਹ ਕਹਿੰਦੇ ਅਤ ਸੁੰਦਰ ਕਲੀਨ ਚਤਰ ਮੁਖ ਗਿਆਨੀ ਧਨਵੰਤ, ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਖਾਨਦਾਨ ਉੱਚਾ ਹੋਵੇ, ਬੜਾ ਚਤਰ ਹੋਵੇ, ਅਤ ਸੁੰਦਰ ਕਲੀਨ, ਐਨ ਸਾਫ ਸੁਥਰਾ, ਚਤਰ, ਮੁਖ ਗਿਆਨੀ ਧਨਵੰਤ, ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰਦਾ ਹੋਵੇ। ਤੇ ਗੁਰੂ ਪੰਜਵੇਂ ਪਾਤਸ਼ਾਹ ਕਹਿੰਦੇ ਨੇ ਉਹਨੂੰ ਮੁਰਦਾ ਖੋਜ, ਰੱਬ ਨਾਲ ਪ੍ਰੇਮ ਨਹੀਂ, ਤੇ ਉਹ ਚਲਦੀ ਫਿਰਦੀ ਲਾਸ਼ ਹੈ। ਗੁਰਮੁਖੋ ਗੁਰੂ ਘਰ ਵਿੱਚ ਕੀਰਤਨ ਕਰਦੇ ਨੇ। ਜਿਹੜਾ ਲਾਲਚ, ਇਹ ਮਨੁੱਖੀ ਸੁਭਾਅ ਦੀ ਇੱਕ ਬਹੁਤ ਵੱਡੀ ਕਮਜ਼ੋਰੀ ਹੈ। ਔਰ ਇਹਦੇ ਬਾਰੇ ਗੁਰੂ ਪੰਚਮ ਪਾਤਸ਼ਾਹ ਨੇ ਦੱਸਿਆ, ਇਹ ਲੋਭਾ ਲੰਪਟ ਸੰਗ ਸਿਰ ਮੋਰੇ, ਅਨਕ ਲਹਿਰੀ ਕਲੋਲ ਤੇ, ਤਵੰਤ ਜੀਆ ਬਹੁ ਪ੍ਰਕਾਰੰ ਅਨਕ ਭਾਂਤ ਬਹੁ ਡੋਲ ਤੇ, ਨਾਚ ਮਿੱਤਰੰ ਨਾਚ ਇਸ਼ਟੰ ਨਾਚ ਬਾਂਧਵ, ਨਾਚ ਮਾਤ ਪਿਤਾ ਤਬ ਲੱਜਿਆ, ਅਕਰਨੰ ਕ੍ਰੋਧ ਅਖਿਆਦ ਖਾਦੰ ਅਸਾਜੰ ਸਾਜ ਸਮਝਿਆ। ਇਹ ਗੁਰੂ ਪੰਚਮ ਪਾਤਸ਼ਾਹ ਦਾ ਸਾਹਿਤ ਦੇ ਸ਼ਲੋਕ ਆਉਂਦਾ। ਹੇ ਲੋਭਾ ਲੰਪਟ, ਅਸੀਂ ਲਾਲਚ ਵਿੱਚ ਹਾਂ। ਸੰਗ ਸਿਰ ਮੋਰੇ ਅਨਕ ਲਹਿਰੀ ਕਲੋਲ ਤੇ, ਲਾਲਚੀ ਬੰਦਾ ਬੜੀਆਂ ਫੈਫੇ ਕੁੱਟੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦਾ। ਤਵੰਤ ਜੀਆ ਬਹੁ ਪ੍ਰਕਾਰੰ, ਕਈ ਤਰ੍ਹਾਂ ਬੰਦਾ ਦੌੜਿਆ ਫਿਰਦਾ, ਭੱਜਾ ਫਿਰਦਾ। ਅਨਕ ਭਾਂਤ ਬਹੁ ਡੋਲ ਤੇ, ਅਨੇਕਾਂ ਤਰ੍ਹਾਂ ਮਨ ਡੋਲਦਾ। ਅਤੇ ਉਹਦੀ ਅਵਸਥਾ ਕੀ? ਨੱਚ ਮਿੱਤਰੰ, ਉਹਦਾ ਕੋਈ ਮਿੱਤਰ ਨਹੀਂ। ਨੱਚ ਇਸ਼ਟੰ, ਉਹਦਾ ਕੋਈ ਪਿਆਰਾ ਨਹੀਂ। ਨੱਚ ਬਾਂਧਵ, ਉਹਦਾ ਨਾ ਕੋਈ ਰਿਸ਼ਤੇਦਾਰ। ਨੱਚ ਮਾਤ ਪਿਤਾ ਤਬ ਲੱਜਿਆ, ਉਹਨੂੰ ਨਾ ਮਾਂ ਦੀ ਸ਼ਰਮ ਨਾ ਪਿਓ ਦੀ ਸ਼ਰਮ। ਅਕਰਨ ਕ੍ਰੋਧ ਅਖਿਆਦ ਖਾਦੰ ਅਸਾਜੰ ਸਾ ਸਮਝਿਆ, ਨਾ ਕਰਨ ਵਾਲੇ ਕੰਮ ਕਰਦਾ ਲਾਲਚੀ ਬੰਦਾ। ਇਹਦੀਆਂ ਮੈਂ ਦੋ ਉਦਾਹਰਨਾਂ ਦਿਆਂ। ਅੱਜ ਦੇ ਜ਼ਮਾਨੇ 'ਚ ਇਹ ਰਸਮ ਧਾਰਮਿਕ ਨਹੀਂ, ਸਮਾਜਿਕ ਹੈ, ਪਰ ਇਹਦੇ 'ਤੇ ਬੜਾ ਕਬਜ਼ਾ ਕਰ ਲਿਆ। ਰੱਖੜੀ ਦੀ ਰਸਮ, ਰੱਖੜੀ ਬਣਾਉਂਦੇ ਨੇ। ਮੈਨੂੰ ਕਈ ਵਾਰ ਕਿਹਾ ਗਿਆ, ਮੰਜੀ ਸਾਹਿਬ ਗਿਆਨੀ ਜੀ ਰੱਖੜੀ ਦੀ ਕਥਾ ਕਰੋ। ਮੈਂ ਕਿਹਾ ਰੱਖੜੀ ਦੀ ਕਥਾ ਤਾਂ ਹੈ ਹੀ ਨਹੀਂ, ਅਤੇ ਹੁਣ ਕੋਲੋਂ ਝੂਠ ਕਿਵੇਂ ਕੱਢਦੇ ਹਾਂ? ਮੈਂ ਤਾਂ ਰੱਖੜੇ ਦੀ ਕਥਾ ਜਾਣਦਾ। ਕਹਿੰਦੇ ਰੱਖੜਾ ਕੀ ਹੁੰਦਾ? ਮੈਂ ਕਿਹਾ ਗੁਰੂ ਦਾ ਕੜਾ, ਜਿਹੜਾ ਕੜਾ ਪਾ ਲਿਆ ਨਾ, ਇਹ ਗੁਰੂ ਨੇ ਸਾਨੂੰ ਇੱਕ ਰੱਖ ਦਿੱਤੀ, ਇਹ ਰੱਖੜੀ ਸਾਡੀ। ਇਹਦਾ ਮਤਲਬ ਕੀ ਹੈ? ਕਿਉਂਕਿ ਭੈਣ ਰੱਖੜੀ ਬਣਦੀ ਹੈ ਨਾ। ਧਿਆਨ ਦਿਆ ਜਰਾ, ਬੀਬੀਆਂ ਬੈਠੀਆਂ ਨੇ ਖਾਸ ਕਰਕੇ। ਬੀਬੀ ਆਪਣੇ ਭਰਾ ਨੂੰ ਇੱਕ ਤਾਗਾ ਬੰਨ੍ਹ ਕੇ ਕਹਿੰਦੀ ਹੈ ਵੀ ਮੈਂ ਤੇਰੀ ਭੈਣ ਆ, ਅਤੇ ਮੇਰੇ ਹਰ ਤਰ੍ਹਾਂ ਦੁੱਖ ਸੁੱਖ ਦਾ ਤੂੰ ਖਿਆਲ ਰੱਖਣਾ। ਅਤੇ ਮੈਂ ਕਹਿੰਦਾ ਵੀ ਬੀਬੀ ਜਿਹਦੇ ਨਾਲ ਵਿਆਹੀ ਇਹ ਮੁਰਦਾ ਹੀ ਹੈ। ਜੇ ਅਸੀਂ ਕਿਸੇ ਦੀ ਧੀ ਵਿਆਹ ਕੇ ਅਤੇ ਉਹਦੀ ਪੱਤ ਦੇ ਜ਼ਿੰਮੇਵਾਰ ਨਹੀਂ, ਅਤੇ ਸਾਨੂੰ ਵਿਆਹੁਣ ਦਾ ਹੱਕ ਕੀ ਹੈ? ਉਹਨਾਂ ਨੇ ਸਾਨੂੰ ਭਰੀ ਸਭਾ ਦੇ ਵਿੱਚ ਆਪਣੀ ਧੀ ਦਾ ਬਾਂਹ ਫੜਾ ਦਿੱਤੀ,
ਤੇ ਅਸੀਂ ਆਖੇ ਵੀ ਦੁੱਖ ਸੁੱਖ ਆਵੇ ਤੇ ਮੁੜ ਕੇ ਮਾਪੇ ਇਹ ਜਾਵੇ ਆਪਣੇ ਭਰਾਵਾਂ ਨੂੰ ਧਾਗਾ ਬੰਨ੍ਹਣ ਤੇ ਮੁੜ ਕੇ ਭਰਾ ਇਹਨੂੰ ਛਡਾਉਣ ਤੇ ਲੱਖ ਲਾਹਨਤ ਸਾਨੂੰ ਮਰਦ ਖਵਾਉਣ ਦੇ। ਅਸੀਂ ਪਤਨੀ ਦੀ ਆਪਣੀ ਪਤਨੀ ਦੀ ਰੱਖਿਆ ਆਪ ਕਰਨੀ ਹੈ। ਹਾਂ, ਇਹ ਜਿਹੜਾ ਕੜਾ ਇਹ ਵੱਡਾ ਰਖੜਾ ਹੈ, ਇਹ ਕਾਹਦੇ ਲਈ? ਦੁਨੀਆ ਦੀਆਂ ਜਿੰਨੀਆਂ ਧੀਆਂ ਤੇ ਜਿੰਨੀਆਂ ਭੈਣਾਂ ਨੇ, ਗੁਰਸਿੱਖਾਂ ਤੇਰੀਆਂ ਭੈਣਾਂ ਨੇ, ਉਹਨਾਂ ਦੀ ਪਦ ਦੀ ਰਾਖੀ ਕਰਨੀ ਤੇਰਾ ਧਰਮ ਹੈ। ਪਰ बेटी को बेटी जाने, पर माता को मात बखाने। पराई धी तेरी धी, पराई माता तेरी माता। अगर तेरे अंदर ये सोच नहीं तो तू अपने आप नूं गुरु का सिख नहीं खोंदा। मैं गल कर लगा सा लालच दी। अज दी भैन रखड़ी लैके गई, अगे तो हुंदा सी माड़ा जिहा धागा बधा ते मुड़ के गुड़ खवाता तो काम निबड़ गया। हुण जमाना हो गया मॉडर्न, ते बीबी जांदी 200 का डब्बा लैके ते 5 की रखड़ी, ते भरा मारा गरीबा मेरे वर्गा मातर ते उन्हें आख्या लै भैणा 100 रुपया। मूँह वटिया तो तुरी आउंदी, कहंदे क्यों सुख तां है? कहण लगी औंतरे नूं 250 रुपया लाया ते 100 मत्थे मारे औंतरे ने। ये रखड़ी है? तू प्यार कर ली नहीं कि पार कर गई है। 250 लाया तो जे 1000 दिंदा तो कम से कम 750 का बचदा ना। प्यार देना जानदा है, लैना नहीं जानदा। अज साडे अंदर प्यार नहीं, वपार की गल है। वपार की गल इत्थों आरंभ हुई सी। भाई सत्ता ते बलवंडा इन्हां ने सिखां नूं आख्या भी असीं कीर्तन नहीं करना। क्यों? जिहड़ा बाबा बुढ़ा जी ने ना, इन्हां नूं सिख पंथ विच बड़ा उच्चा मान मिलिया। असीं अज कर आम कहने ज्ञानी जी, भाई साहब बड़े सत्कार ने, लेकिन केवल ते केवल एक बाबा बुढ़ा जिन्हों आख्या बुढ़ा साहब। साहब शब्द जिहड़ा ना गुरु नानक दे घर विच एक बाबे बुढ़े साहब नूं मिलिया। जदों गुरु पंचम पातशाह महाराज ने गुरु ग्रंथ सच्चे पातशाह का प्रकाश किया, उत्थे शब्द आउंदे ने गुरु प्रताप ग्रंथ विच, बुढ़ा साहब खोलो ग्रंथ, लेहो आवाज, सुने सब पंथ, ले आवाज बुढ़ा ता बोला, अदब साथ ग्रंथ को खोला। आख्या बाबा बुढ़ा साहब जी गुरु ग्रंथ सच्चे पातशाह का प्रकाश करो। बाबा बुढ़ा साहब ने अदब नाल गुरु ग्रंथ सच्चे पातशाह का प्रकाश किया, ते गुरु पंचम पातशाह आप नीवें थां ते बैठे, नीवें थां ते। सिखां ने आख्या पातशाह तुसीं गुरता गद्दी दे मालक, आप नीवीं थां ते बैठे। मैं इस नुकते ते बार बार जोर तां ला रहा प्यारिओ, गुरु ग्रंथ सच्चे पातशाह तो वड्डी कोई ताकत नहीं। मैं आम रोज़ हर थां ते गल करदा हां। आपां जिन्ने बैठे हाँ, अज 29 तरीक है, 29 जून 2022। सारियां भैणां भरावां दे उत्थे नाम नोट कर लो, जिन्ने भी आपां आए। आउंदे साल नूं 23 नूं ओह कापी कढ़ के वेख्या जे, अपने चों इत्थे कईयां नहीं जिउणा, अपने चों कईयां नहीं जिउणा। पर आ गुरु पहलां भी सी ते आउण वाले समय दे विच भी होवेगा। ना ये मरे ना होवे सोग, देंदा रहे ना चूके भोग। गुण एहो होर ना ही कोए, ना कोआ ना कोए। साडा कदे दशहरा आ गया, कदे बरसी आ गई, कदे भोग पै जाएगा, इहदा नहीं जे पैना। इस कर गुरु पंचम पातशाह ने आख्या सी, सिखो मोरे स्वरूप ते यांत है दीर्घ, सहब जान अदायब करे हैं। ग्रंथ हृदय गुर का ये जानो, पूर्ण है सब काल रहे हैं। ये मेरे नालों वड्डा है। हर मौके साडी दे हर थां ते नहीं जा सकती। गुरु ग्रंथ सच्चे पातशाह हर मौके हर थां ते जा सकते ने। ये मेरा कालज है। साडी लत्त विच नुक्स पै जाए तो असीं जिंदा रह सकते हैं। साडे अख नाक कन्नां विच नुक्स पै जाए तो असीं जिंदा रह सकते हैं, लेकिन दिल की धड़कन बंद हो जाए साडी मौत हो जाती है। गुरु ग्रंथ सच्चे पातशाह नूं गुरु पंचम पातशाह कहते मेरा हिरदा है, मेरा दिल है। गुरु के सिखो, इहदे नाल जुड़ना करो। मैं बाबे बुढ़े साहब की गल कर लगा सा, उन्हां दे परोपकार की सत्ते बलौने नाल संबंधित है। बाबा बुढ़ा नूं इन्ना मान क्यों मिलिया, इस अवस्था ते बंदा पहुँचता क्यों है?
बाबा बुढ़ा साहब गुरु नानक पातशाह महाराज नूं 12 साल की उम्र च मिले ने। इन्हां दा जन्म कत्थू नंगल होया और ये डंगर चार रहे सन। धन गुरु नानक पातशाह ने मरदाने नूं आख्या भी इस काके नूं बुला के लिया। जदों बुला के लियांदा ना ते सतगुरु पातशाह दे कोल बैठा, गुरबाणी दीयां पंक्तियां ने, साध के संग नहीं कछ घाल, दर्शन भेड़त होत निहाल। ये नहीं भी कि संत कोल गए तो उन्हें निक्कियां लाचियां करके दित्तियां जां तागा दिता ते तां गल। गुरु ग्रंथ सच्चे पातशाह कहंदे भी साध नूं वेखण दे नाल बंदे दुख कट जांदे ने। अज कुदरती तौर पर संत ਗਿਆਨੀ ਗੁਰਬਚਨ ਸਿੰਘ ਖਾਲਸਾ की बरसी है। मैं अपने बचपन में उन्होंने बहुत वेरा तक्या क्योंकि साढ़े नगरों जाते सन 13 वेरा गए। तुसी यकीन करिया जे मेरे ते जदों कथा करन जाते सन तो उन्होंने कोल जिहड़ी हवा लंघ के उहदी ठंडी हो जाती सी। ये मैं सुनी सुनाई गल नहीं जे करदा, मेरा निजी तजर्बा जो मत्था टेकन जाना ना ताबिया कथा करने वास्ते आना तो जिहड़ी हवा उन्होंने छोह जाती सी ना, वो हवा शरीर नूं लग के तो मुड़ के ठंड पाउंदी सी। ये जे संत की कमाई, पर इहो जे मिलदे ही नहीं। बाबा बुढ़ा साहब ने गुरु नानक पातशाह दर्शन किए। आप एक पंजाबी विच कहावत आम साडे मशहूर है, लेकिन इन्हां कहावतां दी पिछे बैकग्राउंड ये वखरी गल भी साडी उन्नी खोज नहीं तो मेहनत नहीं। कहावत है जट भलाई रसी ते गल च पा रही रसी। ये आम आपां खाण बोलते हैं, पर ये चलिया कित्थों? ये उदों चलिया भी गुरु नानक पातशाह कहण लगे काका जी अपने डंगर मोड़। तो बाबा बुढ़ा जिन्हों का नाम अजे बूढ़ा है वो कहने लगे मैनू बुलाया क्यों? सतगुरु पातशाह कहते भी काका जे बुलाया तेनू तो तेरे को कुछ मंगया तो नहीं ना लिया, कोई लिया तो नहीं ना। पर वह मन बदलिया। उन्हें गुरु महाराज नूं टिंड ला के, टिंड का इतिहास साढ़े सिख इतिहास भी 3 वेर आउंदा टिंड का जिक्र। टिंड ला के दुध चो के ते धन गुरु नानक पातशाह नूं भेंट कीता रमदास दी जूह विच। सतगुरु पातशाह कहण लगे काका तेरी माँ प्यो तेनूं गुस्से होएगा, तेरी उम्र छोटी तू सानूं दुध पिआउण लगा है। एक अंग्रेजी की कहावत है और इनू उर्दू वाले बोलते ने, होण हर बिरवा के चिकने चिकने पांत। अंग्रेजी कहते दोज हू रूल द क्रैड रूल द वर्ल्ड। जिन्हां ने दुनिया ते राज करना वो भंगूड़ियां ते राज करते, तो उन्हां दे संस्कारां तो पता चल जाता भी इन्हें की बनना है। मेरे सगे चाचे ने मैंने दस्या भी संत बाबा करतार सिंह होरां जो पढ़न जाना ना खेमकरण स्कूले, 8वीं तक वो खेमकरण पढ़े ने, 10वीं उन्होंने भिक्खी वंडों की, FA उन्हें खालसा कालजों की। उन्होंने खेमकरण तक जांदियां जांदियां 11 जपजी साहब के पाठ करते सन। अजे 6वीं जमात में पढ़ते हैं संत करतार सिंह होरी। भाव के जिन्हों ने कुछ करना वो बचपन तो दूजिया के नाल नहीं रलते। सतगुरु पातशाह कहने लगे भी तेरे माँ प्यो झिड़कणगे, तो बाबे बूढ़े ने आख्या महाराज जिहड़ा हत्थीं देंगे अगे वो मिलना ही। सतगुरु पातशाह कहते भी ये गल तेनों किवें पता लगा भाई? उसे काके बूढ़े ने 2 गल्लां अपनी जिंदगी ने दसियां। कहने लगा महाराज एक दिन की गल है कि साढ़े घर प्राहुणे आए, झड़ी लगी सी, बालन गिला हो गया, तो मेरी बेबे मैनू कहने लगी पुत बूढ़िया निके निके तीले चुक के लिया। मैं अपनी माँ के कहने ते निके निके तीले चुक के लियादे। मेरी बेबे ने चूल्हे विच पा के फूक मारी, तो मेरे वेंदियां वेंदियां निके तीले पहला मच गए। बाबा उदन की रात नूं खुल के नींद नहीं आउंदी। मेरे मन में विचार रही भी जे निके तीले पहला मच गए, पता नहीं साड़ी वारी कदों आ जाए। दूसरा असी जिमींदार हाँ। मैं अपने बापू नाल खेत विच गया, हाकमां ने घोड़ियां साड़ी पैड़ी विच छड़ दित्तियां, घोड़ियां ने साड़ी फसल नूं उजाड़ दिता। तो मैं अपने बापू नूं आख्या भी बापू मोड़दा क्यों नहीं? वो कहंदा पुत्र डाढ़ियां नाल जोर नहीं, ये 2 घटनावां ने मैनू झंझोड़ दिता है। मौत डाढ़ी उहदे नाल कोई जोर नहीं, तो मौत का यह भी पता नहीं भी कदों आ जाए।
ਜਦੋਂ ਇਹ ਦੋ ਗੱਲਾਂ ਕਾਕੇ ਬੂੜੇ ਨੇ ਗੁਰੂ ਪਾਤਸ਼ਾਹ ਨੂੰ ਦਸੀਆਂ ਨਾ, ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਗੁਰੂ ਨਾਨਕ ਪਾਤਸ਼ਾਹ ਨੇ ਉਹਦਾ ਨਾਮ ਬਦਲ ਕੇ ਆਖਿਆ ਤੂੰ ਤਾਂ ਬੁੱਢਿਆਂ ਵਾਲੀਆਂ ਗੱਲਾਂ ਕਰਦਾ। ਉਹਨੂੰ ਮਾਣ ਮਿਲਿਆ ਬਾਬਾ ਬੁੱਢਾ ਸਾਹਿਬ, ਤੇ ਨਾਲ ਇੱਕ ਵਰ ਦਿੱਤਾ, ਬੁੱਢਿਆ ਮੈਂ ਤੇਥੋਂ ਓਹਲੇ ਨਾ ਹੋਸਾਂ, ਬੁੱਢਿਆ ਮੈਂ ਤੇਥੋਂ ਓਹਲੇ ਨਾ ਹੋਸਾਂ। ਸਾਨੂੰ ਹਦਾਇਤ ਗੁਰ ਕੀ ਨਿੰਦਾ ਸੁਣੇ ਨਾ ਕਾਨ। ਮੈਂ ਹੈਰਾਨ ਹੁੰਨਾ ਕਿ ਕਿੰਨੇ ਢੀਠ ਤੇ ਕਿੰਨੇ ਬਗੈਰ ਤੇ ਬੰਦੇ ਹੋਣਗੇ ਆ ਜਿਹੜੇ ਡੇਰਿਆਂ ਤੇ ਛੱਡ ਜਾ ਕੇ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਕਹਿਣ ਦਿੰਦੇ ਨੇ। ਕਿੰਨੇ ਬਗੈਰ ਤੇ ਹੋਣਗੇ ਜਿਹੜੇ ਕਹਿੰਦੇ ਅਸੀਂ ਨਾਮ ਦੇਣੇ। ਇਹਦਾ ਭਾਵ ਕਿ ਗੁਰੂ ਗੋਬਿੰਦ ਸਿੰਘ ਦੇ ਅੰਮ੍ਰਿਤ ਨਾਲ ਉਹਨਾਂ ਦਾ ਨਾਮ ਵੱਡਾ ਹੈ ਨਾ। ਨਾਮ ਉਹ ਲੈਣ ਜਾਂਦੇ ਨੇ ਜਿਨ੍ਹਾਂ ਨੂੰ ਗੁਰੂ ਕੇ ਅੰਮ੍ਰਿਤ ਤੇ ਕਿੰਤੂ ਹੈ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਤੇ ਸ਼ੰਕਾ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਉਹਨਾਂ ਬਚਨਾਂ ਤੇ ਕਿੰਤੂ ਹੈ। ਕਿਉਂਕਿ ਕਲਗੀਧਰ ਬਾਪੂ ਨੇ ਕਲੀਅਰ ਕੱਟ ਆਖਿਆ, ਸਿੱਖੋ ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ। ਸਭ ਸਿੱਖ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਕਿਉਂ ਮੰਨਾ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ? ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮੇਲੇ। ਜਿਨ੍ਹਾਂ ਪਰਮੇਸ਼ਰ ਨੂੰ ਮਿਲਣਾ ਨਾ ਉਹ ਗੁਰਬਾਣੀ ਚੋਂ ਲੱਭੋ। ਪਰ ਨਾਲ ਗੁਰਦੇਵ ਨੇ ਸੰਕੇਤ ਦਿੱਤਾ, ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ। ਕੋਈ ਗੁਰਮੁਖ ਹੋਵੇਗਾ ਇਸ ਬਾਣੀ ਦੀ ਵਿਚਾਰ ਕਰੇਗਾ, ਨਹੀਂ ਤੇ ਕਿਹਨੇ ਕਰਨੀ ਹੈ। ਸੱਤਾ ਤੇ ਬਲਵੰਡਾ ਕਹਿਣ ਲੱਗੇ ਜੀ ਅਸੀਂ ਕੀਰਤਨ ਕਰਨੀ ਆਉਣਾ। ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਨੇ ਗੁਰੂ ਘਰ ਦੇ ਕੀਰਤਨ ਜਾਣ ਕੇ ਆਖਿਆ ਵੀ ਕਾਰਨ ਕੀ? ਤੁਸੀਂ ਕਿਤੇ ਅੰਮ੍ਰਿਤਸਰ ਜਾਓ, ਤੁਸੀਂ ਆਮ ਕਰਕੇ ਹਰਿਮੰਦਰ ਸਾਹਿਬ ਤੋਂ ਮੋੜ ਆਉਂਦੇ ਹੋ, ਗੁਰੂ ਕੇ ਮਹਿਲਾਂ ਨੂੰ ਜਾਈਏ ਨਾ, ਇਸ ਪਾਸੇ ਤੰਗ ਗਲੀਆਂ ਨੇ, ਗੁਰੂ ਕੇ ਮਹਿਲ ਨੇ, ਨਾਲ ਕਦੇ ਇਹਨਾਂ ਰਾਗੀਆਂ ਦਾ ਘਰ ਹੁੰਦਾ ਸੀ ਜਿਹੜਾ ਸਮੇਂ ਦੇ ਚੱਕਰ ਨਾਲ ਗਾਇਬ ਹੋ ਗਿਆ, ਤੇ ਅੱਗੇ ਭਾਈ ਸਾਲੋ ਦਾ ਟੋਭਾ ਹੈ, ਇਸ ਥਾਂ 'ਤੇ ਉਹਨਾਂ ਦੀ ਜਗ੍ਹਾ ਸੀ। ਕਹਿਣ ਲੱਗੇ ਕੀਰਤਨ ਅਸੀਂ ਕਰਦੇ ਹਾਂ, ਮੱਥਾ ਤੁਸੀਂ ਗੁਰੂ ਨੂੰ ਟੇਕਦੇ ਹੋ, ਇਸ ਕਰਕੇ ਅਸੀਂ ਕੀਰਤਨ ਨਹੀਂ ਕਰਨਾ। ਇਤਿਹਾਸ ਦੇ ਪੰਨਿਆਂ ਦੇ ਮੁਤਾਬਕ ਉਹਨਾਂ ਨੇ ਗੁਰੂ ਘਰ ਦੇ ਸੰਬੰਧ ਵਿੱਚ ਆਪ ਸ਼ਬਦ ਕਹੇ। ਜਿਹੜੇ ਆਪਾਂ ਡੇਰਿਆਂ 'ਤੇ ਜਾਂਦੇ ਆ ਨਾ, ਆਪਾਂ ਵੀ ਸੱਤੇ ਬਲਵੰਡੇ ਤੇ ਮਾਸੀ ਦੇ ਪੁੱਤਰ ਕੰਮ ਆਪਾਂ ਵੀ ਉਹ ਕਰੀ ਜਾਂਦੇ ਜੇ। ਉਹ ਵੀ ਬੇਮੁਖ ਹੋਏ, ਆਪਾਂ ਵੀ ਹੋਈ ਜਾਂਦੇ। ਪਰ ਯਾਦ ਰੱਖਿਆ ਜੇ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਜੇ ਕੋ ਗੁਰਤੇ ਬੇਮੁਖ ਹੋਵੇ ਮੈਨੂੰ ਸਤਿਗੁਰ ਮੁਕਤ ਨਾ ਪਾਵੇ। ਪਾਵੇ ਮੁਕਤ ਨਾ ਹੋਰ ਤੇ ਕੋਈ, ਪੁੱਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮ ਆਵੇ। ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ। ਸਤਿਗੁਰੂ ਸ਼ਬਦ ਸੁਣਾਏ ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਪਰ ਨਾਲ ਇੱਕ ਹੋਰ ਗੱਲ ਜੇ, ਕਾਚੇ ਗੁਰ ਤੇ ਮੁਕਤ ਨਾ ਹੁਆ। ਇਹ ਨਹੀਂ ਵੀ ਜਿਹੜਾ ਮਿਲ ਗਿਆ ਉਹਨੂੰ ਗੁਰੂ ਧਾਰਨ ਕਰ ਲਿਆ। ਕੱਚੇ ਗੁਰੂ ਤੋਂ ਮੁਕਤੀ ਨਹੀਂ, ਮੁਕਤੀ ਕੇਵਲ ਤੇ ਕੇਵਲ ਪੂਰਨ ਗੁਰੂ ਕੋਲ ਹੋਵੇਗੀ, ਬਾਕੀਆਂ ਕੋਲ ਬਾਤ ਨਹੀਂ ਜੇ ਬਣਨੀ। ਗੁਰੂ ਸਾਡੇ ਤੇ ਮਿਹਰ ਕਰੇ। ਕੀਰਤਨ ਕਰਨੀ ਆਏ, ਗੁਰੂ ਕੀ ਨਿੰਦਿਆ ਕੀਤੀ। ਇੱਥੋਂ ਤੱਕ ਕਹਿਣ ਲੱਗੇ, ਜੇ ਸਾਡਾ ਵਡੇਰਾ ਭਾਈ ਮਰਦਾਨਾ ਸੱਧੂ ਤੇ ਸਾਧੂ ਗੁਰੂ ਅੰਗਦ ਸਾਹਿਬ ਤੇ ਗੁਰੂ ਨਾਨਕ ਪਾਤਸ਼ਾਹ ਕੋਲ ਕੀਰਤਨ ਨਾ ਕਰਦੇ, ਇਹਨਾਂ ਗੁਰੂਆਂ ਕੋਲ ਕਿੰਨੇ ਆਉਣਾ ਸੀ? ਜਦੋਂ ਇਹ ਗੱਲ ਕਹੀ ਨਾ, ਤੇ ਗੁਰੂ ਪੰਚਮ ਪਾਤਸ਼ਾਹ ਕਹਿਣ ਲੱਗੇ, ਭਾਈ ਇਹਨਾਂ ਸਾਡੇ ਗੁਰੂ ਦੀ ਨਿੰਦਿਆ ਕਰਨੀ ਹੈ, ਇਹਨਾਂ ਨੂੰ ਕੋਈ ਮੂੰਹ ਨਾ ਲਾਵੇ, ਇਹਨਾਂ ਦਾ ਮੂੰਹ ਕਾਲਾ ਕਰਨਾ। ਜਿੱਥੇ ਜਿੱਥੇ ਜਾਣ ਤੇ ਗੁਰੂ ਕੇ ਸਿੱਖ ਇਹਨਾਂ ਨੂੰ ਮੂੰਹ ਨਾ ਲਾਉਣ। ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਇੱਕ ਪੰਕਤੀ ਆਉਂਦੀ ਹੈ, ਲੱਖੂ ਰਹਿ ਪਟੋਲੀਆ ਭਾਈ ਲੱਧਾ ਪਰਉਪਕਾਰੀ। ਮੈਂ ਇੱਕ ਗੱਲ ਤੇ ਹੈਰਾਨ ਵੀ ਹੁੰਦਾ ਤੇ ਦੁੱਖ ਵੀ ਹੁੰਦਾ ਹੈ। ਮੈਂ ਇਲਾਕੇ ਦੀ ਕਥਾ ਨਹੀਂ ਕਰਨਾ, ਕਿਉਂਕਿ ਆਪਾਂ ਦਰਬਾਰ ਸਾਹਿਬ ਸਾਡਾ ਮੱਕਾ ਕਾਬਾ ਹੈ, ਮੈਂ ਉੱਥੋਂ ਦਾ ਕਥਾਵਾਚਕ ਹਾਂ। ਪਰ ਜਿੰਨੇ ਮਾਝੇ ਵਿੱਚ ਮਹਾਨ ਪੁਰਸ਼ ਹੋਏ ਨੇ, ਆਪਾਂ ਆਪਣੇ ਬਜ਼ੁਰਗਾਂ ਦੀ ਕਦਰ ਨਹੀਂ ਜੇ ਕੀਤੀ। ਗੱਲ ਕੌੜੀ ਤੇ ਸੱਚੀ ਜੇ। ਸਾਡੇ ਬਜ਼ੁਰਗ ਜਿੰਨੇ ਮਹਾਨ ਹੋਏ ਨੇ ਨਾ, ਕਿਤੇ ਭਾਈ ਤਾਰੂ ਸਿੰਘ ਖੋਪੜੀ ਲਵਾ ਰਿਹਾ ਮਾਝੇ 'ਚੋਂ, ਕਿਤੇ ਬਾਬਾ ਦੀਪ ਸਿੰਘ ਸਿਰ ਕਟਾ ਕਰਕੇ ਤੇ ਗੁਰੂ ਰਾਮਦਾਸ ਨੂੰ ਭੇਟਾ ਕਰ ਰਿਹਾ, ਕਿਤੇ ਭਾਈ ਜੇਠਾ ਜਹਾਂਗੀਰ ਦੀ ਛਾਤੀ 'ਤੇ ਚੜ੍ਹ ਰਿਹਾ, ਤੇ ਕਿਤੇ ਬਾਬਾ ਬਿਧੀ ਚੰਦ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀ ਰਹਿਮਤ ਨੂੰ ਪ੍ਰਾਪਤ ਕਰ ਲਈ ਭੱਠ ਵਿੱਚ ਬੈਠਾ, ਭੱਠ 'ਚ। ਇਹ ਉਹ ਇਲਾਕਾ ਹੈ ਜਿੱਥੇ ਮਾਤਾ ਭਾਗ ਕੌਰ ਨੇ ਦੁਨੀਆ ਦੇ ਸੁੱਖਾਂ ਦੀ ਪ੍ਰਵਾਹ ਤਿਆਗ ਕਰਕੇ ਆਖਿਆ, ਮੈਨੂੰ ਭਰਾ ਨਹੀਂ ਚਾਹੀਦੇ, ਮੈਨੂੰ ਕਿਸੇ ਦੀ ਲੋੜ ਨਹੀਂ,
ਮੈਨੂੰ ਬਾਜਾਂ ਵਾਲਿਆ ਤੂੰ ਚਾਹੀਦਾ। ਤੇ ਭਰਾਵਾਂ ਦੇ ਅੰਦਰ ਗੈਰ ਜਾਗੀ ਤੇ ਆਪਾਂ ਬਦਾਵਾ ਪੜਾਇਆ। ਆਪਾਂ ਉਸ ਇਲਾਕੇ ਦੇ ਆ, ਆਪਾਂ ਉਸ ਗੁਰੂ ਨੂੰ ਛੱਡ ਕੇ ਡੇਰਿਆਂ ਤੇ ਨਾ ਪੜਿਆ ਕਰਕੇ, ਬੰਦਿਆਂ ਕੋਲ ਨਾ ਜਾਇਆ ਕਰੀਏ, ਕੇਵਲ ਤੇ ਕੇਵਲ ਗੁਰੂ ਤੇ ਭਰੋਸਾ ਕਰੀਏ। ਗੁਰਮੁਖੋ ਜਦੋਂ ਕਿਸੇ ਨੇ ਮੂੰਹ ਨਹੀਂ ਲਾਇਆ ਤੇ ਉਸ ਪਟੋਲੀਆ ਮਹੱਲਾ, ਜਿਵੇਂ ਮਹੱਲਿਆਂ ਦੇ ਨਾਮ ਹੁੰਦੇ ਨੇ, ਕਰੀਮਪੁਰਾ ਆਪਾਂ ਕਹਿੰਦੇ ਨੇ, ਗੁਰੂ ਨਾਨਕਪੁਰਾ ਜਾਂ ਹੋਰ ਵੱਖ-ਵੱਖ ਨਾਮ, ਉਸ ਮਹੱਲੇ ਦਾ ਨਾਮ ਹੈ ਪਟੋਲੀਆ। ਉਹਦੇ 'ਚ ਭਾਈ ਲੱਧਾ ਤੇ ਭਾਈ ਲੱਖੂ ਰਹਿੰਦੇ ਨੇ। ਭਾਈ ਲੱਧੇ ਨੂੰ ਜਾ ਕੇ ਬੇਨਤੀ ਕੀਤੀ, ਕਹਿਣ ਲੱਗੇ ਗੁਰੂ ਪਾਤਸ਼ਾਹ ਨੇ ਕਿਹਾ ਬੇਟਾ ਸਿਫਾਰਿਸ਼ ਕਰੇਗਾ, ਮੈਂ ਉਹਦਾ ਮੂੰਹ ਕਾਲਾ ਕਰਾਂਗਾ, ਖੋਤੇ ਦੇ ਭਾਵਾਂ। ਕਹਿਣ ਲੱਗ ਗੁਰਮੁਖੋ ਕੋਈ ਗੱਲ ਨਹੀਂ, ਜੇ ਮੇਰਾ ਮੂੰਹ ਕਾਲਾ ਕੀਤਿਆਂ ਤੁਹਾਡਾ ਉਜਲਾ ਹੋ ਜਾਂਦਾ, ਤੁਸੀਂ ਗੁਰੂ ਘਰ ਦੇ ਕੀਰਤਨੀਆਂ ਤੇ ਇਹ ਸੇਵਾ ਮੈਂ ਕਰ ਦਿਆਂਗਾ। ਬੜਾ ਔਖਾ ਜੇ, ਆਪਾਂ ਆਪਣੇ ਲਈ ਸਾਰੇ ਜਿਉਂਦੇ ਆ ਪਰ ਦੂਜਿਆਂ ਲਈ ਕੋਈ ਨਹੀਂ। ਜਿਹੜਾ ਦੂਜਿਆਂ ਵਾਸਤੇ ਜਿਉਂਦਾ ਗੁਰਮੁਖੋ ਉਹਨਾਂ ਦੀ ਪੂਜਾ ਹੁੰਦੀ ਹੈ। ਸਾਡੀ ਅਵਸਥਾ ਹੈ ਸੰਤ ਦੀ ਅਵਸਥਾ, ਗੁਰਮੁਖਾਂ ਦੀ ਅਵਸਥਾ। ਆਪਣਾ ਵਿਗਾੜ ਬਰਾ ਨਾ ਸਾਂਢੇ, ਆਪਣਾ ਵਿਗਾੜ ਕਰਕੇ ਦੂਜਿਆਂ ਦੇ ਘਰ ਆਬਾਦ ਕਰਨਾ ਇਹ ਸੰਤ ਦਾ ਕਰਮ ਹੈ। ਆਪਣਾ ਉਜਾੜ ਕੇ ਦੂਜਿਆਂ ਦੇ ਘਰਮਾਂ ਨੂੰ ਆਬਾਦ ਕਰਨਾ ਇਹ ਸਿੱਖ ਦਾ ਧਰਮ ਹੈ। ਭਾਈ ਲੱਧੇ ਨੇ ਖੋਤਾ ਲਿਆ, ਘੋੜੇ ਤੇ ਚੜ੍ਹਿਆ, ਆ ਗਿਆ ਲਾਹੌਰ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ। ਤੁਸੀਂ ਦੁੱਖ ਭੰਜਨੀ ਬੇਰੀ ਦਰਸ਼ਨ ਕੀਤੇ ਨੇ। ਉਹਦੇ ਨਾਲ ਇੱਕ ਥੜਾ ਬਣਿਆ ਇਸ ਪਾਸੇ, ਜਿੱਥੇ ਸੰਗਮਰਮਰ ਦੀ ਪਾਰਕ ਵੀ ਛੋਟੀ ਜੀ ਬਣੀ ਹੈ। ਉਹ ਬੜੀ ਇਤਿਹਾਸਕ ਜਗ੍ਹਾ ਹੈ। ਜਦੋਂ ਗੁਰੂ ਪੰਚਮ ਪਾਤਸ਼ਾਹ ਗੁਰਬਾਣੀ ਦੀਆਂ ਪੋਥੀਆਂ ਲੈ ਕੇ ਗਏ ਨੇ, ਉਸ ਥਾਂ 'ਤੇ ਰਾਣ ਸਵਾਈ ਕੀਰਤਨ ਕੀਤਾ ਬਾਬਾ ਬੁੱਢਾ ਸਾਹਿਬ ਨੇ। ਉਹ ਜਗ੍ਹਾ ਦਾ ਇਤਿਹਾਸ ਹੈ। ਸਾਨੂੰ ਟਕਸਾਲ 'ਚ ਇਹ ਵੀ ਪੜ੍ਹਾਇਆ ਗਿਆ, ਪਤਾ ਨਹੀਂ ਹੁਣ ਬੋਰਡ ਹੈ ਕਿ ਨਹੀਂ। ਇੱਥੇ ਲਿਖਿਆ ਹੁੰਦਾ ਸੀ 68 ਘਾਟ, ਬੋਰਡ ਲੱਗਾ ਹੁੰਦਾ ਸੀ। ਸਾਨੂੰ ਟਕਸਾਲ 'ਚ ਮਹਾਂਪੁਰਸ਼ਾਂ ਪੜ੍ਹਾਇਆ ਵੀ ਜਿਹੜੀ ਇੱਥੇ ਵਿਸਾਖੀ ਤੇ ਦੀਵਾਲੀ ਦੇ ਮੌਕੇ ਨੂੰ ਜਿਹੜੇ 68 ਤੀਰਥ ਨੇ, ਉਹ ਆਪ ਮਨੁੱਖਾਂ ਦਾ ਰੂਪ ਧਰ ਕੇ ਇਸ਼ਨਾਨ ਕਰਕੇ ਆਪਣੇ ਪਾਪ ਲਾਹ ਕੇ ਜਾਂਦੇ ਨੇ। ਗੁਰੂ ਰਾਮਦਾਸ ਸਰੋਵਰ 'ਚ ਇੰਨੀ ਤਾਕਤ ਹੈ, ਆਪਾਂ ਪੜ੍ਹਦੇ ਹਾਂ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਰਾਮਦਾਸ ਸਰੋਵਰ ਨਹਾਤੇ ਸਭ ਲਾਥੇ ਪਾਪ ਕਮਾਤੇ। ਇਸ ਥਾਂ 'ਤੇ ਜੋ ਮੈਂ ਪੜ੍ਹਿਆ ਟਕਸਾਲ ਵਿੱਚ, ਉਹਨਾਂ ਸਾਨੂੰ ਪੜ੍ਹਾਇਆ ਸੀ ਵੀ ਵਿਸਾਖੀ ਤੇ ਦੀਵਾਲੀ ਵਾਲੇ ਦਿਨ 68 ਤੀਰਥ ਵੀ ਮਨੁੱਖਾ ਤਨ ਧਾਰ ਕੇ ਤੇ ਇੱਥੇ ਇਸ਼ਨਾਨ ਕਰਦੇ ਨੇ। ਇਸ ਥਾਂ ਦੀ ਇੰਨੀ ਮਹਾਨਤਾ ਹੈ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਬਿਰਾਜੇ ਨੇ। ਪਤਾ ਲੱਗਾ ਕਿ ਸੱਤਾ ਤੇ ਬਲਵੰਡਾ ਆਏ ਨੇ, ਨਾਲ ਭਾਈ ਲੱਧਾ ਆਇਆ। ਤੇ ਸਤਿਗੁਰੂ ਪਾਤਸ਼ਾਹ ਉੱਠ ਕੇ ਕਹਿਣ ਲੱਗੇ ਭਾਈ ਲੱਧਿਆ ਇਹ ਖੇਚਲ ਕਾਹਨੂੰ ਕਰਨੀ ਸੀ। ਮੇਰੇ ਪਾਤਸ਼ਾਹ ਕਹਿਣ ਲੱਗੇ ਇਹ ਖੇਚਲ ਕਾਹਨੂੰ ਕਰਨੀ ਸੀ। ਤੇ ਭਾਈ ਲੱਧੇ ਨੇ ਆਖਿਆ ਪਾਤਸ਼ਾਹ ਇੱਥੇ ਮੈਂ ਤਾਂ ਇਹ ਮੂੰਹ ਕਾਲਾ ਕੀਤਾ, ਤੂੰ ਪਲੋਕ ਵਿੱਚ ਮੇਰਾ ਉਜੜਾ ਕਰਦੀ। ਤੇ ਗੁਰਦੇਵ ਨੇ ਪੰਕਤੀਆਂ ਪੜ੍ਹੀਆਂ। ਇੱਕ ਸ਼ਲੋਕ ਆਪਾਂ ਦੋ ਵਾਰਾਂ ਪੜ੍ਹਦੇ, ਇੱਕ ਸ੍ਰੀ ਰਾਗ ਵਿੱਚ ਤੇ ਇੱਕ ਜਪਜੀ ਸਾਹਿਬ ਵਿੱਚ। ਥੋੜ੍ਹਾ ਜਿਹਾ ਫਰਕ ਵੀ ਹੈ। ਉਹ ਹੈ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਉੱਥੇ ਸ਼੍ਰੀ ਰਾਗ ਵਿੱਚ ਆਉਂਦਾ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖੁਜਲੇ ਹੋਰ ਕੇਤੀ ਛੁੱਟੀ ਨਾਲ। ਉਹਨਾਂ ਤੋਂ ਇਲਾਵਾ ਹੋਰ ਵੀ ਛੁੱਟ ਜਾਂਦੇ ਨੇ। ਕੌਣ? ਜਿਨ੍ਹਾਂ ਨੇ ਨੇਕ ਘਾਲਣਾ ਘਾਲੀਆਂ ਨੇ, ਜਿਹੜੇ ਕਿਸੇ ਵਾਸਤੇ ਜਿਉਏ ਨੇ। ਇਸ ਕਰਕੇ ਗੁਰਮੁਖੋ ਜੇ ਆਪਾਂ ਮਹਾਂਪੁਰਸ਼ਾਂ ਦੇ ਸਥਾਨ 'ਤੇ ਆਏ ਤੇ ਜੇ ਉਹਨਾਂ ਦਾ ਜੀਵਨ ਜਿਹੜਾ ਸੀ ਨਾ ਉਹ ਇੱਥੇ ਪਹੁੰਚਿਆ ਕਿਉਂ, ਮੈਂ ਇੰਨੀ ਗੱਲ ਕਹਿ ਕੇ ਸਮਾਪਤੀ ਕਰਾਂਗਾ। ਸਵੇਰੇ ਵੀ ਇਹ ਹੁਕਮਨਾਮਾ ਆਇਆ ਸੀ, ਬੇਦ ਕਤੇਬ ਇਫਤਰਾ ਭਾਈ ਤੇਰੇ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਉਹ ਥੋੜ੍ਹਾ ਜਿਹਾ ਪੱਖ ਮੈਂ 2-4 ਮਿੰਟ ਲਾ ਕੇ ਇਹਨੂੰ ਕਲੀਅਰ ਕਰਕੇ ਸਮਾਪਤੀ ਕਰਾਂ। ਸਵਾਲ ਕਰਨ ਵਾਲੇ ਸਵਾਲ ਕਰਦੇ ਨੇ ਵੀ ਭਾਈ ਸਾਹਿਬ ਵੇਦਾਂ ਦੀ ਹੁੰਦਿਆਂ ਤੁਸੀਂ ਬਾਣੀ ਨੂੰ ਮਹਾਨ ਕਿਉਂ ਕਹਿੰਦੇ ਹੋ। ਆ ਪਾਣੀ ਵਾਲੇ ਭਰਾ ਨੂੰ ਬੇਨਤੀ, ਭਰਾਵਾ ਜਾਣਦੇ ਗੱਲ, ਜੇ ਮੈਂ ਪਾਣੀ ਨਹੀਂ ਪੀਤਾ ਮੈਂ ਬਚ ਗਿਆ ਤੇ ਇਹਨਾਂ ਨੂੰ ਕੀ ਹੋ ਜਾਏਗਾ। ਮੈਂ ਇਹਦੇ ਖਿਲਾਫ ਤਾਂ ਪਾਣੀ ਦੇ, ਪਾਣੀ ਪੀਣਾ ਪਾਪ ਨਹੀਂ, ਪਹਿਲਾ ਪਾਣੀ ਜੀਓ ਹੈ। ਮੈਂ ਇਹ ਮਨਾ ਤਾਂ ਕਰਦਾ ਵੀ ਜਿਹੜਾ ਆਪਾਂ ਸਮਾਗਮ ਕਰਦੇ ਨਾ, ਸਾਡਾ ਇੱਕ ਟਾਰਗੇਟ ਵੱਖਰੀ ਘੱਟ ਵੀ ਸਾਡਾ ਟਾਰਗੇਟ ਪੂਰਾ ਹੋਵੇ ਜਾਂ ਨਾ ਹੋਵੇ। ਟਾਰਗੇਟ ਕੀ ਹੈ? ਦਸਮ ਪਾਤਸ਼ਾਹ ਦਾ ਬਚਨ ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਂਸ ਕੇ ਬੀਜ ਨਾ ਆਇਓ। ਵੀ ਕਿਤੇ ਇਸ ਬਹਾਨੇ ਦੇ ਨਾਲ ਸਾਡਾ ਮਨ ਕਿਤੇ ਇੱਕ ਛਿਨ ਵੀ ਜੁੜ ਜਾਏ ਨਾ, ਤੇ ਕਲਗੀਧਰ ਬਾਪੂ ਗਰੰਟੀ ਤੇ ਵਾਰੰਟੀ ਦਿੰਦਾ ਉਹ 84 ਦੇ ਚੱਕਰ 'ਚ ਨਹੀਂ ਆਏਗਾ। ਜਿਹੜਾ ਸਾਧ ਸੰਗਤ ਹਨ ਇਹਦਾ ਪਤਾ ਨਹੀਂ ਵੀ ਮਨ ਕਦੋਂ ਜੁੜ ਜਾਏ।
पर कलगीधर बापू कहता भी तू साध संगत में इस करके आया एक चित, जे एक क्षण ध्यायो काल फास के बीज ना आयो, वो 84 के गेड़े च नहीं आवेगा। तो आप तो गुरमुखो कदे पानी वाले पासे, कदे आखना जलेब उस पासे लगे ने। ना पानी पीना पाप है, ना जलेब खाना गुनाह है, सारे ठीक ने। पर आप जो इतने आने एकागर उपराला करिया करिए किसी ढंग नाल साडा किते मन जुड़ जाए। जे जुड़ गया ना 84 कट्टी गई, साडा काम सफला हो गया। पर आप उतों तक गन जान ही नहीं देंगे, सानू गुरु समत देवे। गुरु ग्रंथ सच्चे पातशाह की मानता है। आप क्योंकि अज मस्या का दिन भी है ना, तो अंधेरा है, साढ़े अंदर चानण किवें होवेगा। आप मस्या पता मनाने क्यों? असी मस्या के दिन गुरुद्वारे में तां आउने आ, साडा गुरुद्वारे में मस्या दिन आने का कारण है पातशाह अज हनेरा ही हनेरा है, साडे ते कर्म कर साडे अंदर चानण हो जाए। क्योंकि हनेरे दे विच बंदा ठेडे खांदा है, बंदा डिग सकता है, बंदे नूं सड़ लगेगी। जे दीवा जगदा होवेगा ना, दीवा जले हनेरा जाए। ਜਦੋਂ दीवा होगा सानू उच्चे ते नीवें दी थां दा पता चलेगा। दीवा की आपां तुसीं गोंदवाल साहब दे लागे वसदे हो, साडे गुरु ने दीवा जगाया। ये सरवणो मेर हो साचे सुनने नो पठाए, साचे सुनने नो पठाए, शरीर लाए सुनो सतबाणी। ये कन्नां नूं चकन्निया कीता भी तुहानूं रब ने बनाया, ते सावधान होके करते दी बाणी सुनो। रब ने दीवा जगाया, ये रसना तू अनरस रात रही, तेरी जुदा सुबह पकौड़े ते जलेबां च है, ये रस हो रही रस ए लै, ये रसना तू अनरस रात रही, तेरी प्यास ना जाए, प्यास ना जाए होर तो किते, जिचर हर रस पल्ले न पाए। ये सरवणो मेर हो साचे सुनने नो पठाए, शरीर लाए सुनो सत बाणी। ये शरीरा मेरिया इस जग में आए के क्या तू कर्म कमाया, ये सारा कुछ दीवा है। बेनती मैं ये करना है, दीवे तो पहला भी सन, कुरान दीवा है, वेद दीवा है, लेकिन गुरमुखो मैं आप सवेरे मंजी साहब भी जिक्र किया सी, मैं चौथी च पढ़ता सा ना, तो मैं दीवे दे चन्न नहीं पढ़ता रहा। मैं पंजवीं जमात में होया तो साढ़े पिंड बिजली आई, मैनूं संभाल चंगी तरह, किते मिट्टी के तेल के दीवे होने ते किते सरों के तेल के दीवे होने। ਉਹ ਦੀਵੇ ਜਗਦੇ ਸਨ ਤੇ ਗੁਰਮੁਖੋ ਉੱਪਰ ਦਵਾਖੇ ਕਾਲੇ ਹੋ ਜਾਂਦੇ ਸਨ। ਲੇਕਿਨ ਬਿਜਲੀ ਦਾ ਦੀਵਾ ਜਗਦਾ ਨਾ ਤੇ ਨਾ ਦਵਾਖਾ ਕਾਲਾ ਹੁੰਦਾ ਤੇ ਨਾ ਹਵਾ ਦੇ ਬੁੱਲੇ ਦੇ ਨਾਲ ਇਹ ਬੰਦ ਹੁੰਦਾ। ਇਸੇ ਤਰ੍ਹਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਦੀਵੇ ਦੇ ਸਮਾਨ ਹੈ। ਦੀਵੇ ਤਾਂ ਪਹਿਲਾਂ ਵੀ ਸਨ, ਪਰ ਕਾਲ ਕਿਹੜੀ ਸੀ? ਨੀਵੀਂ ਜਾਤਾਂ ਵਾਲਾ ਬੰਦਾ ਵੇਦ ਦਾ ਪਾਠ ਨਹੀਂ ਸੀ ਕਰ ਸਕਦਾ। तुसीं सुन के हैरान हो जाओगे, जे ये गल लिखी ना ना वे तो मेरे तो 295 एक बार अगे लगी तो फिर दोबारा लग सकती, डबल हो सकती है। पर मैं लिखे तो बेस ते गल कहन लगा। गरीबां दे मुंडे ने रब दा नाम लिया और रामचंद्र ने उसका नाम समूह करके लिखा। जे किसी पढ़ना आवे तो पंजाबी यूनीवर्सिटी ने रमायण इन्हें जी उसका टीका किया है, ਉਹਦੇ 'ਚ ਲਿਖਿਆ ਕਿ ਸਮੂਕ ਨਾਮ ਨੀਵੀਂ ਜਾਤੀ ਦਾ ਮੁੰਡਾ ਜਿਹੜਾ ਨਾ, ਉਹਨੇ ਵੇਦਾਂ ਦਾ ਪਾਠ ਕਰ ਰਿਹਾ ਖੂਹ 'ਚ ਲੰਮ ਕੇ, ਤੇ ਬ੍ਰਾਹਮਣਾਂ ਨੇ ਜਾ ਕੇ ਸ਼ਿਕਾਇਤ ਕੀਤੀ ਵੀ ਨੀਵੀਂ ਜਾਤ ਦਾ ਮੁੰਡਾ ਰੱਬ ਦਾ ਨਾਂ, ਸਾਡਾ ਮੁੰਡਾ ਤਾਂ ਮਰਿਆ, ਤਾਂ ਮਰਿਆ। ਲੇਕਿਨ ਬਾਣੀ 'ਚ ਕਿੰਨੀ ਤਾਕਤ ਹੈ। ਗੋਇੰਦਵਾਲ ਸਾਹਿਬ, ਅੰਮ੍ਰਿਤਸਰ ਸਾਹਿਬ, ਅੰਮ੍ਰਿਤ ਵੇਲਾ माता दे रोण की आवाज़ आई तो गुरु अमरदास पातशाह कहते भाई बल्लू आ माता की करती है। भाई बल्लू कहने लगा महाराज उसका पुत मर गया है, तो जिहदा पुत मर जाए रोवे ना। तो गुरु अमरदास पातशाह कहने लगे बल्लू बेबे नूं जाके कहेगा अमृत वेला सच नाओ वडियाई विचार। ये गुरु महाराज की बाणी कहती करते दे गुण गाउण दा टाइम रोण दा नहीं। तो नाल उहदे कन्न चाखी भी चुप करके बच्चे नूं लै आवे, बौली दे कंढे दे उपर बच्चा लियांदा ते गुरु अमरदास पातशाह ने निगाह करके वैगुरू आके उन्होंने जिंदा किया। उधर कतल किया, इधर अमर किया। बाणी इस करके महान है। इनू गरीब पढ़े, इनू अमीर पढ़े,
ਇਹ ਸਾਰਿਆਂ ਦੀ ਸਾਂਝੀ ਹੈ। ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਨਹੀਂ ਵੀ ਜੱਟਾਂ ਵਾਸਤੇ ਹੈ, ਇਹ ਨਹੀਂ ਕਿਸੇ ਹੋਰ ਜਾਤੀ ਵਾਸਤੇ ਹੈ। ਮੇਰੇ ਗੁਰੂ ਨੇ ਕਲੀਅਰ ਕੱਟ ਆਖਿਆ ਖੱਤਰੀ ਬ੍ਰਾਹਮਣ ਸੂਦ ਵੈਸ ਅਵਦੇਸ ਕਿਉਂ ਵਰਨਾ ਕੋ ਸਾਂਝਾ। ਤੇ ਸਾਡੇ ਵਰਗੇ ਕਿਸੇ ਨੇ ਕੋਲੋਂ ਪੁੱਛਿਆ ਵੀ ਪਾਤਸ਼ਾਹ ਇਹਨਾਂ ਚੌਂ ਵਾਸਤੇ ਹੈ। ਗੁਰਦੇਵ ਹੱਸ ਕੇ ਕਹਿਣ ਲੱਗੇ ਭਾਈ ਗੁਰਦਾਸ ਨਾ ਆਪਣੇ ਸੁਭਾਅ ਤੋਂ ਰਿਓ, ਗੱਲ ਕਰ ਹੀ ਜਾਣਾ ਨਾ। ਇਹਨਾਂ ਬੰਦਿਆਂ ਦੀ ਗੱਲ ਤਾਂ ਛੱਡ, ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਨ ਪਾਰ ਅਤਾਰੇ। ਬਾਣੀ ਦੀ ਮਾਨਤਾ, ਤੂੰ ਤਾਂ ਖੱਤਰੀ ਬ੍ਰਾਹਮਣ ਸੂਦ ਵਾਸਤੇ ਆਣ ਕੇ ਹੱਸ ਪਿਆ ਨਾ ਵੀ ਗੁਰੂ ਪਾਤਸ਼ਾਹ ਨੇ ਆਖਿਆ ਸਾਰਿਆਂ ਨੂੰ ਸਾਂਝਾ। ਇਹ ਬਾਣੀ ਇੰਨੀ ਸੁਪਰੀਮ ਹੈ, ਪਸ਼ੂ ਪ੍ਰੇਤ ਮੁਕਤ ਕੋ ਤਾਰੇ ਪਾਣ ਪਾਰ ਤਾਰੇ। ਜੇ ਕੌੜੇ ਰੇਠੇ ਕੋਲ ਬਾਣੀ ਪੜੀ ਮਿੱਠਾ ਹੋ ਗਿਆ, ਜੇ ਪੱਥਰ ਕੋਲ ਬਾਣੀ ਪੜੀ ਤੇ ਪੱਥਰ ਮੋਹ ਹੋ ਗਿਆ। ਇੱਕ ਸਾਖੀ ਸੁਣਾਉਂਦਿਆਂ ਮੈਨੂੰ ਬੜੀ ਸ਼ਰਮ ਆਉਂਦੀ ਤੇ ਸੁਣਾਉਣੀ ਪੈਂਦੀ ਡਿਊਟੀ ਕਰਕੇ। ਇੱਕ ਬੰਦਾ ਨਾਂ ਸੱਜਣ ਮਾਰਦਾ ਠੱਗੀਆਂ, ਚਾਚਾ ਤੇ ਭਤੀਆ ਰਲ ਕੇ ਕੱਜਣ ਲੋਕਾਂ ਨੂੰ ਘੇਰ ਕੇ ਲਿਆਉਂਦਾ। ਸੱਜਣ ਰਾਤ ਨੂੰ ਮਾਰਦਾ, ਲੈ ਕੇ ਆਇਆ ਤੇ ਭਾਈ ਮਰਦਾਨੇ ਤੇ ਗੁਰੂ ਨਾਨਕ ਪਾਤਸ਼ਾਹ ਦੇ ਚਿਹਰੇ ਤੇ ਲਾਲੀ ਵੇਖ ਕੇ ਕਹਿਣ ਲੱਗਾ ਚਾਚਾ ਬੰਦੇ ਮਾਲਦਾਰ ਹੀ, ਮਾਲ ਅੱਧੋ ਵੱਧ ਰਿਹਾ। ਰਾਤ ਪਈ, ਸੱਜਣ ਗੇੜੇ ਤੇ ਗੇੜੇ ਮਾਰਦਾ ਤੇ ਕਹਿੰਦਾ ਤੁਸੀਂ ਸੌਂਦੇ ਨਹੀਂ। ਭਾਈ ਮਰਦਾਨਾ ਕਹਿਣ ਲੱਗਾ ਕਿਹਨੂੰ ਸੌਣ ਦੀ ਗੱਲ ਕਹਿਣਾ ਹੈ, ਇਹ ਤਾਂ ਸੁੱਤਿਆਂ ਨੂੰ ਜਗਾਉਣ ਵਾਲਾ ਬਾਬਾ ਹੈ, ਮੇਰਾ ਮੁਰਸ਼ਿਦ ਸੁੱਤਿਆਂ ਨੂੰ ਜਗਾਉਣ ਵਾਲਾ। ਜਦੋਂ ਇਹ ਗੱਲ ਕਹੀ ਨਾ ਤੇ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮਰਦਾਨਿਆਂ ਲੋਹਾ ਗਰਮ ਹੋਇਆ ਲਾ ਦੇ ਸੱਟ। ਲੋਹਾ ਗਰਮ ਹੋਇਆ ਈ ਲਾ ਦੇ ਸੱਟ। ਮਰਦਾਨਿਆਂ ਰਬਾਬ ਵਜਾਏ ਕਾਈ ਸਿਫਤ ਖੁਦਾਏ ਦੀ ਕਰੀਏ। ਤੇ ਗੁਰੂ ਬਾਬੇ ਨੇ ਸ਼ਬਦ ਪੜ੍ਹਿਆ ਸੀ ਸੂਈ ਮਹੱਲਾ ਪਹਿਲਾ, ਉਜਲ ਕਹਿਆਂ ਚਲਕਣਾ ਘੋਟਮ ਕਾਲੜੀ ਮਸ ਧੋਤਿਆਂ ਝੂਠ ਨਾ ਉਤਰੇ ਜੇ ਸੋ ਧੋਵਾਂ ਤਿਸ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਮੈਂ ਸ਼ਰਮ ਦੀ ਗੱਲ ਤਾਂ ਆਖੀਏ ਪਿਆਰਿਓ, ਉਹਨੇ ਇੱਕ ਸ਼ਬਦ ਸੁਣਿਆ ਕੰਨਾਂ ਤੇ ਹੱਥ ਲਾਏ, ਗੁਰੂ ਕੇ ਚਰਨਾਂ ਤੇ ਡੇਕੇ ਕਹਿਣ ਲੱਗਿਆ ਜੀ ਮੈਂ ਭੁੱਲਾ। ਔਰ ਉਸ ਥਾਂ ਤੇ ਗੁਰੂ ਪਾਤਸ਼ਾਹ ਨੇ ਧਰਮਸਾਲ ਬੱਧੀ। ਉਹਨੇ ਇੱਕ ਸ਼ਬਦ ਸੁਣਿਆ, ਅਸੀਂ ਅਜੇ ਵੀ ਭੰਡੀ ਜਾਣੇ ਠੱਗ 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 ਅਸੀਂ ਹਾਂ। ਹਜ਼ਾਰਾਂ ਸ਼ਬਦ ਪੜ੍ਹੇ, ਹਜ਼ਾਰਾਂ ਦੀ ਕਥਾ ਕੀਤੀ, ਪਰ ਸਾਡੀਆਂ ਆਦਤਾਂ ਨਾ ਬਦਲੀਆਂ। ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਪਾਤਸ਼ਾਹ ਜਿਵੇਂ ਸੱਜਣ 'ਤੇ ਕਿਰਪਾ ਕੀਤੀ ਹੋ, ਜਿਵੇਂ ਕੌੜੇ ਰੇਠੇ 'ਤੇ ਮਿਹਰ ਕੀਤੀ ਹੋ, ਜਿਵੇਂ ਪੱਥਰ ਨੂੰ ਮੂੰਹ ਬਣਾਇਆ ਏ। ਅਸੀਂ ਤੇਰੇ ਦਰ ਦੇ ਸੇਵਕਾਂ, ਸਾਡੇ 'ਤੇ ਰਹਿਮਤਾਂ ਕਰੀ, ਸਾਨੂੰ ਨਵਾਜੀ। ਔਰ ਉਹਦਾ ਇੱਕੋ ਇੱਕ ਤਰੀਕਾ ਗੁਰਸਿੱਖੋ ਸਾਨੂੰ ਹਦਾਇਤ ਹੈ, ਆਇਓ ਸੁਣ ਪੜ੍ਹਨ ਕੋ ਬਾਣੀ। ਅਸੀਂ ਸੰਸਾਰ 'ਚ ਬਾਣੀ ਸੁਣ ਲਈ, ਬਾਣੀ ਪੜ੍ਹਨ ਲਈ ਆਏ ਤੇ ਬਾਣੀ ਸੁਣਾਂਗੇ ਬਾਤ ਬਣੇਗੀ। ਸੁਣਿਆ ਮੰਨਿਆ ਮਨ ਕੀਤਾ ਭਾਓ, ਅੰਤਰਗਤ ਤੀਰਥ ਮਲ ਲਾਓ। ਸੁਣੀਏ ਮੰਨੀਏ ਤੇ ਆਪਣੀ ਬਿਰਤੀ ਨੂੰ ਅੰਤਰਮੁਖ ਕਰਕੇ ਇਸ ਮੈਲ ਨੂੰ ਲਾਈਏ ਤੇ ਸਾਡਾ ਮਨੁੱਖਾ ਜਨਮ ਸਫਲਾ। ਗੁਰੂ ਪਾਤਸ਼ਾਹ ਸਾਡੇ ਤੇ ਕਿਰਪਾ ਕਰਨ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਦਾ ਧੰਨਵਾਦ। ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਆਏ ਨੇ, ਇਹ ਜੀ ਆਇਆਂ ਨੂੰ ਇਹਨਾਂ ਨੂੰ ਸੋ ਬਹੁਤ ਬਹੁਤ ਧੰਨਵਾਦ। ਆ ਕਥਾਵਾਰ ਕਿਵੇਂ ਬਣਿਆ ਤੇ ਇਹਨਾਂ ਬਣਾਇਆ ਜੇ, ਮੈਨੂੰ ਪੜ੍ਹਾਇਆ ਤਾਂ ਸੰਤ ਕਰਤਾਰ ਸਿੰਘ ਨੇ, ਲੇਕਿਨ ਸਾਰਿਆਂ ਤੋਂ ਪਹਿਲਾਂ ਮੈਂ ਬਾਹਰਲੇ ਫੀਲਡ 'ਚ ਜਦੋਂ ਕੋਟੇ ਗਿਆ ਸਨ ਤੇ ਮੈਂ ਕਿਹਾ ਮੈਂ ਕਿੱਥੇ ਜਾਵਾਂਗਾ, ਤੇ ਮੈਨੂੰ ਬਾਬਾ ਘੋਲਾ ਸਿੰਘ ਕਹਿਣ ਲੱਗੇ ਉੱਥੇ ਬਾਬਾ ਲੱਖਾ ਸਿੰਘ ਦਾ ਨਾਂ ਲੈ ਦੀ, ਰਿਸ਼ਪਾਲ ਸਿੰਘ ਤੇ ਧਰਮ ਸਿੰਘ ਦਾ ਨਾਂ ਲੈ ਲਈ। ਮੈਂ ਉਹੋ ਜਿਹਾ ਪਤਾ ਨਹੀਂ ਕਿਹੜੇ ਮੌਕੇ 'ਤੇ ਗਿਆ ਤੇ ਮੁੜ ਕੇ ਮੈਨੂੰ ਵੱਡਾ ਕਥਾਵਾਰ ਕਹਿਣ ਲੱਗ ਪਏ। ਇਹ ਇਹਨਾਂ ਦੀ ਮਿਹਰਬਾਨੀ ਹੈ। ਗੁਰੂ ਪਾਤਸ਼ਾਹ ਕਿਰਪਾ ਕਰੇ। ਇਹਨਾਂ ਨੇ ਚਿੱਟੇ ਕੱਪੜੇ ਪਾਏ ਨੇ, ਮੈਂ ਗ੍ਰੰਥੀ ਸਿੰਘ ਦੇਦਾ ਕੱਖ ਨਹੀਂ ਸਕਦਾ, ਲੇਕਿਨ ਅਰਦਾਸ ਕਰਾਂਗਾ ਮੇਰੇ ਪਾਤਸ਼ਾਹ, ਇਹ ਮੇਰੇ ਪਰਮ ਪਿਆਰੇ ਮਿੱਤਰ ਨੇ, ਇਹਨਾਂ ਨੂੰ ਚਿੱਟੇ ਕੱਪੜੇ ਪਵਾਏ ਨਾ ਤੇ ਮੇਰੀ ਬੇਨਤੀ ਮੰਨੀ, ਇਹਨਾਂ ਦੇ ਕੱਪੜੇ ਨੂੰ ਦਾਗ ਨਾ ਲੱਗੇ। ਮੈਂ ਤੇਰੇ ਕੋਲ ਖੈਰ ਮੰਗਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।